सतनाम श्री वाहिगुरु साहिब जी। तनासरी महला पंजवा। जिसका तान मान धन सब तिसका, सोई सुगड़ सुजानी। तिनहि सुनिया दुख सुख मेरा, तो बिद निकी खटानी। जिसका तान मान धन सब तिसका, सोई सुगड़ सुजानी। तिनहि सुनिया दुख सुख मेरा, तो बिद निकी खटानी। जी की एक ही पह मानी, आवर जतन कर रहे बहु तेरे। तिन तिल नहीं कीमत जानी, रहाओ अमृत नाम निर्मोलक हीरा। गुर दीनो मंतानी, डिगे न डोला दृढ़ कर रहे। पूरन होए त्रिपतानी, ओए जो बीच हम तुम कछ होते। तिनकी बात बिलानी, अलंकार मिल थैली हुई है। ताते कनक बखानी, प्रगटो जोत सहज सुख शोभा। बाजे अनहत बानी, कहो नानक निश्चल कर बादे। गुर कीयो बंधानी, प्रगटो जोत सहज सुख शोभा। बाजे अनहत बानी, कहो नानक निश्चल कर बादे। गुर कीयो बंधानी। वाहिगुरु जी का खालसा, वाहिगुरु जी की फतेह। सतगुरु जी की साजी निवाजी परम सत्कारयोग साध संगत जी। दीन दयाल पतत पावन भगत वत्सल कृपा निदान। ज़हरा ज़हूर हाजरा हजूर जुगो जुग अटल। धन धन सतगुरु श्री गुरु ग्रंथ साहिब जी की परम पवित्र हजूरी के विच धन सतगुरु श्री गुरु रामदास साहिब श्री गुरु अर्जन देव साहिब जी के पावन पवित्र अस्थान सचखंड श्री हरमंदर साहिब दर्शन दिदारे करदियां होया श्री मंजी साहिब जी के पावन अस्थान ते श्री हरमंदर साहिब अंदर गुरु के बख्शिश होए पावन फरमान दी अमृत रूप गुरबाणी दी कथा विचार नाल जुड़न वास्ते आपां गुरु की हजूरी विच इकत्र होए हां। कुल जगत दे कल्याण वास्ते भले वास्ते श्री गुरु अमरदास साहिब जी के बचन दे नाल जो सतगुरु रामदास महाराज सच्चे पातशाह जी ने गुरमत दा ए महान तीर्थ अस्थान प्रगट किया और इस दी सेवा नूं धन सतगुरु अर्जन देव साहिब जी ने संपूर्ण करवाया। वडभागी जीवां नूं सतगुरु महाराज जी के परम पवित्र अस्थान दे
ਦਰਸ਼ਨ ਪਰਸਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਇਸ ਅਸਥਾਨ ਨੂੰ ਪ੍ਰਗਟ ਕਰਨ ਹਾਰੇ, ਇਸ ਨਗਰੀ ਨੂੰ ਵਸਾਵਣ ਹਾਰੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਾ ਪ੍ਰਕਾਸ਼ ਗੁਰਪੁਰਬ ਆਉਣ ਵਾਲੇ ਦਿਨਾਂ ਵਿੱਚ ਸਮੁੱਚੀਆਂ ਸੰਗਤਾਂ ਬੜੀ ਚੜ੍ਹਦੀ ਕਲਾ ਨਾਲ, ਬੜੇ ਪ੍ਰੇਮ ਉਤਸ਼ਾਹ, ਆਨੰਦ ਅਤੇ ਉਲਾਸ ਦੇ ਨਾਲ ਮਨਾ ਰਹੀਆਂ ਨੇ। ਪੰਜਾਂ ਸਤਿਗੁਰੂ ਸਾਹਿਬਾਨਾਂ ਦੀ ਉਸਤਤ ਦੇ ਵਿੱਚ ਭੱਟ ਜਨਾਂ ਦੀ ਜੋ ਅੰਮ੍ਰਿਤ ਰੂਪ ਗੁਰਬਾਣੀ ਸਵਈਏ ਉਚਾਰਨ ਕੀਤੇ, ਤਿਨਾਂ ਦੇ ਵਿੱਚ ਸਭ ਤੋਂ ਵਧੇਕ ਉਸਤਤ ਜਿਹੜੀ ਹੈ ਉਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੀ ਉਚਾਰਨ ਕੀਤੀ। ਤਕਰੀਬਨ 60 ਸਵਈਏ ਹਨ ਸ਼ਬਦ, ਜਿਨ੍ਹਾਂ ਦੇ ਵਿੱਚ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੀ ਉਸਤਤ ਵਡਿਆਈ ਕਰਕੇ, ਜਿੱਥੇ ਭੱਟਾਂ ਨੇ ਆਪਣੀ ਅਕੀਦਤ ਔਰ ਸ਼ਰਧਾ ਦੇ ਵਿਅਕਤ ਕਰਕੇ ਭਾਵਨਾ ਆਪ ਆਨੰਦ ਮਾਣਿਆ, ਸੰਗਤਾਂ ਨੂੰ ਆਨੰਦਿਤ ਕਰਵਾਇਆ ਹੈ, ਉੱਥੇ ਸਾਡੇ ਮਨਾਂ ਅੰਦਰ ਵੀ ਇਹ ਸ਼ਰਧਾ, ਇਹ ਭਾਵਨਾ, ਇਹ ਅਕੀਦਤ ਪੈਦਾ ਕਰਨ ਦੇ ਵਾਸਤੇ ਸਤਿਗੁਰੂ ਜੀ ਨੇ ਭੱਟਾਂ ਦੀ ਉਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਅੰਦਰ ਸੁਭਾਏਮਾਨ ਕੀਤਾ ਹੈ। ਬੇਅੰਤ ਉਸਤਤ ਦੇ ਵਿੱਚੋਂ ਸੋ ਇੱਕ ਸਵਈਆ ਜੋ ਆਮ ਤੌਰ ਤੇ ਕੀਰਤਨ ਰੂਪ ਵਿੱਚ ਵੀ ਸੰਗਤਾਂ ਸਰਵਣ ਕਰਦੀਆਂ ਨੇ ਤੇ ਮੰਗਲ ਰੂਪ ਵਿੱਚ ਵੀ ਦਾਸ ਨੇ ਪੜ੍ਹਿਆ ਹੈ, ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖੇਨ, ਜਿਹ ਸਤਿਗੁਰ ਸਿਮਰੰਥ ਹਿਰਦੈ ਹਰਿ ਨਾਮ ਦਿਨੋ ਦਿਨ, ਜਿਹ ਸਤਿਗੁਰ ਸਿਮਰੰਥ ਜੀਅ ਕੀ ਤਪਤ ਮਿਟਾਵੈ, ਜਿਹ ਸਤਿਗੁਰ ਸਿਮਰੰਥ ਰਿੱਧ ਸਿੱਧ ਨਵ ਨਿਧ ਪਾਵੈ। ਚਾਰ ਪੰਕਤੀਆਂ ਦੇ ਵਿੱਚ ਇਹ ਗੁਰੂ ਕੀਆਂ ਮਹਾਨ ਬਖਸ਼ਿਸ਼ਾਂ ਦਾ, ਗੁਰੂ ਕੇ ਪਰ ਉਪਕਾਰਾਂ ਦਾ ਵਰਣਨ ਕੀਤਾ, ਜ਼ਿਕਰ ਕੀਤਾ ਹੈ। ਤੇ ਫਿਰ ਕਿਹਾ ਹੈ ਸੋਈ ਰਾਮਦਾਸ ਗੁਰ ਬਲ ਭਾਣ। ਬਲ ਭੱਟ ਜੀ का ਨਾਮ ਹੈ। ਬਲ ਜੀ ਉਚਾਰਨ ਕਰਦੇ ਨੇ ਸੋਈ ਰਾਮਦਾਸ ਗੁਰ, ਉਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹਨ। ਉੱਪਰਲੀਆਂ ਚੌਹਾਂ ਪੰਕਤੀਆਂ ਦੇ ਨਾਲ ਅਰਥ ਵਿਚਾਰ ਵਾਸਤੇ ਇਹਨਾਂ ਪਦ ਜਿਹੜਾ ਹੈ ਉਹ ਆਵੇਗਾ, ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖਿਨ, ਸੋਈ ਰਾਮਦਾਸ ਗੁਰ। ਜਿਨ੍ਹਾਂ ਸਤਿਗੁਰਾਂ ਦਾ ਸਿਮਰਨ ਕਰਨ ਨਾਲ, ਜਿਨ੍ਹਾਂ ਨੂੰ ਯਾਦ ਕਰਨ ਦੇ ਨਾਲ ਅੱਖਾਂ ਦਾ ਹਨੇਰਾ ਖਿਨ ਮਾਤਰ ਵਿੱਚ ਦੂਰ ਹੋ ਜਾਂਦਾ ਹੈ। ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਹਨੇਰਾ ਹੈ, ਨਜ਼ਰ ਨਹੀਂ, ਨਿਗਾਹ ਨਹੀਂ, ਜੋਤ ਨਹੀਂ, ਜੇ ਸਤਿਗੁਰੂ ਰਾਮਦਾਸ ਜੀ ਆਪਣੀ ਬਖਸ਼ਿਸ਼ ਕਰ ਦੇਣ, ਆਪਣੀ ਕਿਰਪਾ ਕਰ ਦੇਣ, ਜੇ ਗੁਰੂ ਨੂੰ ਭਾ ਜਾਵੇ ਤਾਂ ਗੁਰੂ ਦਾ ਸਿਮਰਨ ਕਰਨ ਕਰਕੇ ਅੱਖਾਂ ਦਾ ਉਹ ਹਨੇਰਾ ਖਤਮ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਅੰਤਰੀਵ ਤੌਰ ਤੇ ਮਨ ਅਤੇ ਬੁੱਧ, ਇਹ ਦੋ ਸਾਡੇ ਨੇਤਰ ਕਹੇ ਜਾਂਦੇ ਨੇ। ਆ ਬਾਹਰਲੀਆਂ ਅੱਖਾਂ ਦਾ ਹਨੇਰਾ ਤਾਂ ਕਿਸੇ ਕਿਸੇ ਨੂੰ ਹੀ ਹੁੰਦਾ ਹੈ ਜਗਤ ਵਿੱਚ, ਪਰ ਇਹ ਜਿਹੜੇ ਅੰਤਰੀਵ ਨੇਤਰ ਨੇ, ਇਹਦੇ ਤੋਂ ਆਪਾਂ ਸਾਰੇ ਹੀ ਵਾਂਝੇ ਆ, ਇਹਨਾਂ ਵਿੱਚ ਨਿਗਾਹ ਨਹੀਂ। ਮਨ ਅੰਦਰ ਵੈਰਾਗ ਚਾਹੀਦਾ ਹੈ, ਬੁੱਧ ਅੰਦਰ ਵਿਵੇਕ ਚਾਹੀਦਾ ਹੈ। ਨਾ ਸਾਡੇ ਕੋਲ ਵੈਰਾਗ ਹੈ, ਨਾ ਸਾਡੇ ਕੋਲ ਵਿਵੇਕ ਹੈ। ਇਉਂ ਮਨ ਬੁੱਧ ਰੂਪ ਨੇਤਰਾਂ ਵਿੱਚ ਵਿਵੇਕ ਔਰ ਵੈਰਾਗ ਦੀ ਨਿਗਾਹ ਤੋਂ ਆਪਾਂ ਹੀਣੇ ਆ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਸਿਮਰਨ ਕੀਤਾ ਜਾਵੇ, ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਜਾਣ। ਜਦੋਂ ਸਤਿਗੁਰੂ ਜੀ ਤੁਰਠ ਜਾਂਦੇ ਨੇ ਤਾਂ ਮਨ ਬੁੱਧ ਰੂਪੀ ਨੇਤਰਾਂ ਵਿੱਚ ਵੈਰਾਗ ਔਰ ਵਿਵੇਕ ਦੀ ਨਿਗਾਹ ਬਖਸ਼ਿਸ਼ ਕਰਕੇ ਇਹਨਾਂ ਵਿੱਚੋਂ ਅਗਿਆਨਤਾ ਦਾ ਹਨੇਰਾ ਮੇਟ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਸੋਈ ਰਾਮਦਾਸ ਗੁਰ, ਉਹ ਹਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਜਿਹ ਸਤਿਗੁਰ ਸਿਮਰੰਥ ਹਿਰਦੈ ਹਰਿ ਨਾਮ ਦਿਨੋ ਦਿਨ। ਪਾਠ ਕਰਨ ਵਾਲਿਆਂ ਲਈ, ਕੀਰਤਨ ਕਰਨ ਵਾਲਿਆਂ ਲਈ ਇਹ ਜ਼ਰੂਰੀ ਬੇਨਤੀ ਹੈ। ਜਿਹ ਸਤਿਗੁਰ ਸਿਮਰੰਤ, ਪਹਿਲੀ ਪੰਕਤੀ ਵਿੱਚ ਸਿਮਰੰਤ, ਅਖੀਰ ਵਿੱਚ ਤੱਤਾ ਅੱਖਰ ਹੈ, ਤੇ ਅਗਲੀਆਂ ਤਿੰਨਾਂ ਪੰਕਤੀਆਂ ਵਿੱਚ ਜਿਹ ਸਤਿਗੁਰ ਸਿਮਰੰਤ ਥੱਥਾ ਅੱਖਰ ਹੈ। ਇਹ ਆਪਾਂ ਨੂੰ ਸਦਾ ਵਿਚਾਰ ਰੱਖਣੀ ਚਾਹੀਦੀ ਹੈ, ਖਿਆਲ ਰੱਖਣਾ ਚਾਹੀਦਾ ਹੈ। ਜਿਹ ਸਤਿਗੁਰ ਸਿਮਰੰਥ ਹਿਰਦੈ ਹਰਿ ਨਾਮ ਦਿਨੋ ਦਿਨ, ਸੋਈ ਰਾਮਦਾਸ ਗੁਰ।
ਜਿਨ੍ਹਾਂ ਸਤਿਗੁਰਾਂ ਦੇ ਸਿਮਰਨ ਕਰਨ ਦੇ ਨਾਲ ਦਿਨੋਂ ਦਿਨ ਹਿਰਦੇ ਵਿੱਚ ਵਾਹਿਗੁਰੂ ਕੇ ਨਾਮ ਦਾ ਵਾਸਾ ਹੁੰਦਾ, ਨਾਮ ਦਾ ਉਮਾਹ ਉਪਜਦਾ ਹੈ, ਨਾਮ ਚਿੱਤ ਦੇ ਵਿੱਚ ਆ ਕੇ ਟਿਕਾਣਾ ਕਰਦਾ ਹੈ, ਉਹ ਸਤਿਗੁਰੂ ਹਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਜਿਹ ਸਤਿਗੁਰ ਸਿਮਰੰਥ ਜੀਅ ਕੀ ਤਪਤ ਮਿਟਾਵੈ। ਜਿਨ੍ਹਾਂ ਸਤਿਗੁਰਾਂ ਦੇ ਸਿਮਰਨ ਕਰਨ ਦੇ ਨਾਲ ਮਨੁੱਖ ਆਪਣੇ ਅੰਤਰ ਆਤਮੇ ਦੀ ਤਪਸ਼ ਨੂੰ, ਉਹ ਤਪਸ਼ ਭਾਵੇਂ ਔਗੁਣਾਂ ਦੀ ਹੈ, ਵਿਕਾਰਾਂ ਦੀ ਹੈ, ਭਾਵੇਂ ਦੁੱਖਾਂ ਦੀ ਹੈ, ਜਿਵੇਂ ਬਚਨ ਨੇ ਨਾ ਕਿ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਰ ਸਭ ਪਰਵਾਰਿਆ। ਵਿਸ਼ਿਆਂ ਵਿਕਾਰਾਂ ਦੀ ਤਪਸ਼ ਨਾਲ ਸਾਡੇ ਸਾਰਿਆਂ ਦੇ ਮਨ ਤਪਦੇ ਨੇ। ਜਿਨ੍ਹਾਂ ਸਤਿਗੁਰਾਂ ਦਾ ਸਿਮਰਨ ਕਰਨ ਕਰਕੇ ਵਡਭਾਗੀ ਜੀਵ ਆਪਣੇ ਮਨ ਦੀ ਹਰ ਪ੍ਰਕਾਰ ਦੀ ਤਪਸ਼ ਨੂੰ ਮੀਟ ਲੈਂਦਾ ਤੇ ਠੰਡਕ ਪ੍ਰਾਪਤ ਕਰ ਲੈਂਦਾ, ਸੋਈ ਰਾਮਦਾਸ ਗੁਰ। ਤੇ ਅੱਗੇ ਫਰਮਾਨ ਕਰਦੇ ਨੇ, ਜਿਹ ਸਤਿਗੁਰ ਸਿਮਰੰਥ ਰਿੱਧ ਸਿੱਧ ਨੌ ਨਿਧ ਪਾਵੈ। ਜਿਨ੍ਹਾਂ ਸਤਿਗੁਰਾਂ ਦਾ ਸਿਮਰਨ ਕਰਨ ਦੇ ਨਾਲ ਰਿੱਧੀਆਂ ਸਿੱਧੀਆਂ ਤੇ ਨੌ ਨਿਧੀਆਂ ਇਤਿਆਦਿਕ ਜਿਹੜੇ ਅਧਿਆਤਮਿਕ ਸ਼ਕਤੀਆਂ ਦੇ ਭੰਡਾਰੇ ਹਨ, ਉਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਸਭ ਕੁਝ ਪ੍ਰਾਪਤ ਕਰਾਉਣ ਵਾਲੇ ਕੌਣ ਹਨ? ਸੋਈ ਰਾਮਦਾਸ ਗੁਰ। ਉਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹਨ। ਭਾਵ ਕਿ ਇੰਨੀਆਂ ਮਹਾਨ, ਇੰਨੀਆਂ ਵੱਡੀਆਂ ਬਖਸ਼ਿਸ਼ਾਂ ਕਿ ਲੋਕ ਪਰਲੋਕ ਦੇ ਸਾਰੇ ਸੁੱਖ ਸਤਿਗੁਰੂ ਰਾਮਦਾਸ ਦੀ ਕਿਰਪਾ ਕਰਕੇ ਬਖਸ਼ਿਸ਼ ਕਰਨ ਹਾਰੇ ਹਨ। ਤਾਂ ਹੀ ਬੱਲ ਭੱਟ ਜੀ ਕਹਿੰਦੇ ਨੇ ਕਿ ਮਿਲ ਸੰਗਤ ਧੰਨ ਧੰਨ ਕਰਹੁ। ਸੰਗਤ ਜੀ ਮਿਲ ਕੇ ਧੰਨ ਧੰਨ ਕਹੋ। ਕਿਆ ਕਰੋ ਆਪਣੀ ਰਸਨਾ ਤੋਂ? ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਇਹ ਤਾਂ ਦੁਨਿਆਵੀ ਜਿਹੜੇ ਪਦਾਰਥ ਹਨ ਜਾਂ ਇਸੇ ਪ੍ਰਕਾਰ ਸ਼ੁਭ ਗੁਣ ਹਨ, ਉਹਨਾਂ ਦੀ ਪ੍ਰਾਪਤੀ ਦੇ ਬਚਨ ਉੱਪਰਲੀਆਂ ਪੰਕਤੀਆਂ ਵਿੱਚ ਕਹੇ ਤੇ ਅਗਾਂਹ ਬਚਨ ਫਰਮਾਇਆ ਕਿ ਜਿਹ ਸਤਿਗੁਰ ਲਗ ਪ੍ਰਭ ਪਾਈਐ। ਭਾਈ ਧੰਨ ਸਤਿਗੁਰੂ ਰਾਮਦਾਸ ਜੀ ਐਸੇ ਸਤਿਗੁਰੂ ਨੇ ਜਿਨ੍ਹਾਂ ਦੇ ਚਰਣੀ ਲੱਗ ਕੇ ਪ੍ਰਭੂ ਨੂੰ ਪਾ ਲਈਦਾ, ਵਾਹਿਗੁਰੂ ਦੀ ਪ੍ਰਾਪਤੀ ਕਰ ਲਈਦੀ ਹੈ। ਸੋ ਸਤਿਗੁਰ ਸਿਮਰਹੁ ਨਰਹੁ। ਐ ਇਨਸਾਨੋ, ਐ ਜੀਵ, ਐ ਗੁਰੂ ਪਿਆਰਿਓ, ਐਸੇ ਸਤਿਗੁਰਾਂ ਨੂੰ ਸਦਾ ਸਿਮਰੋ, ਸਦਾ ਚੇਤੇ ਕਰੋ, ਸਦਾ ਯਾਦ ਕਰੋ। ਸੋ ਧੰਨ ਹਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਆਪ ਜੀ ਕੇ ਪਰਮ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਆਪਣੇ ਸਿੰਘਾਸਣਾ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਦਿਆਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਆਓ ਤਿਸ ਦੀ ਅਰਥ ਵਿਚਾਰ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸਰਵਣ ਕਰ ਲਾਹਾ ਪ੍ਰਾਪਤ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਧਨਾਸਰੀ ਰਾਗ ਦਾ ਨਾਮ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ 31 ਰਾਗਾਂ ਵਿੱਚੋਂ 10ਵੇਂ ਅਸਥਾਨ ਤੇ ਹੈ। ਪਹਿਲੇ ਪਾਤਸ਼ਾਹ ਦੇ 5ਵੇਂ ਸਰੂਪ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ ਪਰ ਉਪਕਾਰੀ ਸਤਿਗੁਰੂ ਅੱਜ ਦਾ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਜਿਸ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਹੋਇਆ ਇਹ ਤਨ, ਇਹ ਸਰੀਰ ਹੈ ਤੇ ਇਸ ਸਰੀਰ ਅੰਦਰ ਮਨ ਰੂਪ ਸ਼ਕਤੀ ਨੂੰ ਜਿਸ ਪ੍ਰਮਾਤਮਾ ਨੇ ਪੈਦਾ ਕੀਤਾ ਹੈ। ਮਨ ਸੰਕਲਪੋ ਵਿਕਲਪੋ ਹੀ ਮਨਾ, ਜੋ ਚਿੱਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲਾਤ ਪੈਦਾ ਕਰਨ ਵਾਲੀ ਅਦਿੱਖ ਸ਼ਕਤੀ ਹੈ, ਇਹਨੂੰ ਮਨ ਕਿਹਾ ਜਾਂਦਾ ਹੈ। ਹੋਰ ਵੀ ਅਨੇਕਾਂ ਅੱਖਰ ਹਨ ਮਨ ਅਰਥ ਦੇ, ਤੇ ਮਨ ਦਾ ਅਰਥ ਜੀਵ ਆਤਮਾ ਵੀ ਹੈ। ਕਿਉਂਕਿ ਜੇ ਸਰੀਰ ਨਾ ਹੋਵੇ ਤਾਂ ਇਹ ਜਿਹੜੀ ਆਤਮਾ ਹੈ ਇਹਨੂੰ ਕੋਈ ਟਿਕਾਣਾ ਨਹੀਂ, ਤੇ ਜੇ ਸਰੀਰ ਹੈ ਵਿੱਚ ਆਤਮਾ ਨਹੀਂ ਤਾਂ ਸਰੀਰ ਵਿੱਚ ਜੀਵਨ ਨਹੀਂ। ਜਿਸ ਵਾਹਿਗੁਰੂ ਨੇ ਤਨ ਬਾਹਰੀ ਸਰੀਰ ਬਖਸ਼ਿਆ, ਮਨ ਸੂਖਮ ਸਰੀਰ ਇਹ ਅੰਦਰ ਬਖਸ਼ਿਸ਼ ਕੀਤਾ ਹੈ, ਅਥਵਾ ਜਿਸ ਦਾ ਇਹ ਦਿੱਤਾ ਹੋਇਆ ਤਨ ਹੈ, ਜਿਸ ਦਾ ਇਹ ਦਿੱਤਾ ਹੋਇਆ ਮਨ ਹੈ, ਉਹੀ ਇਹ ਸਭ ਕਾਸੇ ਦਾ ਮਾਲਕ ਹੈ। ਤੇ ਸੰਸਾਰ ਦੇ ਵਰਤਣ ਜੋ ਧਨ ਹੈ ਇਹ ਵੀ ਸਾਰਾ ਉਸੇ ਪ੍ਰਮਾਤਮਾ ਦਾ ਹੀ ਹੈ, ਉਸੇ ਨੇ ਬਖਸ਼ਿਸ਼ ਕੀਤਾ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਜਿਸ ਦਾ ਦਿੱਤਾ ਹੋਇਆ ਤਨ ਹੈ, ਜਿਸ ਦਾ ਦਿੱਤਾ ਹੋਇਆ ਮਨ ਹੈ, ਜਿਸ ਦਾ ਦਿੱਤਾ ਹੋਇਆ ਧਨ ਹੈ, ਇਹ ਭਾਈ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੈ, ਉਸੇ ਦਾ ਜਾਣਨਾ ਕਰੋ। ਉਸ ਪ੍ਰਮਾਤਮਾ ਅੱਗੇ ਅਰਪਣ ਕਰੋ ਸਭ ਕੁਝ ਕਿ ਮਨ ਤਨ ਤੇਰਾ, ਧਨ ਭੀ ਤੇਰਾ,
ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਵਾਹਿਗੁਰੂ ਸਭੋ ਕੁਝ ਤੇਰਾ ਹੀ ਹੈ, ਸੋ ਭਾਈ ਸਭ ਕੁਝ ਉਸੇ ਦਾ ਹੀ ਜਾਣਨਾ ਕਰੋ। ਸੋਈ ਸੁਗੜ ਸੁਜਾਨੀ, ਉਹੀ ਅਕਾਲ ਪੁਰਖ ਵਾਹਿਗੁਰੂ ਹੀ ਸੁਗੜ ਚਤੁਰ ਹੈ, ਸੂਝਵਾਨ ਹੈ। ਸੋ ਘੜ ਸ੍ਰੇਸ਼ਟ ਘਾੜਤਾਂ ਦੇ ਘੜਨ ਵਾਲਾ ਹੈ। ਕਿੰਨੀਆਂ ਸੋਹਣੀਆਂ ਘਾੜਤਾਂ ਸਾਰੇ ਆਕਾਰਾਂ ਦੀਆਂ ਉਸ ਪ੍ਰਮਾਤਮਾ ਨੇ ਘੜੀਆਂ ਨੇ। 84 ਲੱਖ ਜੂਨਾ ਆਪਾਂ ਤੱਕ ਲਈਏ, ਸੋ ਵੱਖਰੇ ਵੱਖਰੇ ਸਾਰਿਆਂ ਦੇ ਉਸ ਪ੍ਰਮਾਤਮਾ ਨੇ ਚਿਹਰੇ ਮੋਹਰੇ ਬਣਾਏ ਨੇ, ਵੱਖਰੇ ਵੱਖਰੇ ਸਰੂਪ ਬਣਾਏ ਨੇ, ਆਕਾਰ ਬਣਾਏ ਨੇ। ਆ ਬਨਸਪਤੀ ਦੇਖ ਲਈਏ, ਫੁੱਲ ਫਲ ਦਰਖਤ ਬੂਟੇ ਇਤਿਆਦਿਕ ਕਿੰਨੀਆਂ ਸੋਹਣੀਆਂ ਘਾੜਤਾਂ ਉਸ ਪ੍ਰਮਾਤਮਾ ਨੇ ਘੜੀਆਂ ਹੋਈਆਂ। ਤੇ ਜੇ ਕੱਲੀ ਮਨੁੱਖਾ ਜੂਨੀ ਦੀ ਗੱਲ ਹੀ ਕਰ ਲਈਏ ਤਾਂ ਮੇਰਾ ਕਰਤਾ ਇੱਕ ਚਲਤ ਉਪਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਐਸਾ ਕੌਤਕ ਉਸ ਪਰਮਾਤਮਾ ਨੇ ਕੀਤਾ ਕਿ ਕੋਈ ਕਿਸੇ ਵਰਗਾ ਪੈਦਾ ਨਹੀਂ ਕੀਤਾ। ਬੇਅੰਤ ਜੀਵ, ਲੱਖਾਂ ਕਰੋੜਾਂ ਅਰਬਾਂ ਖਰਬਾਂ ਮਨੁੱਖ ਉਸ ਵਾਹਿਗੁਰੂ ਨੇ ਪੈਦਾ ਕੀਤੇ। ਸਾਰਿਆਂ ਦੇ ਚਿਹਰੇ ਦੀ ਨੁਹਾਰ ਵੱਖ-ਵੱਖ, ਸਾਰਿਆਂ ਦੇ ਕੱਦ ਕਾਠ ਵੱਖ-ਵੱਖ, ਸਾਰਿਆਂ ਦੇ ਰੰਗ ਰੂਪ ਵੱਖਰੇ ਵੱਖਰੇ, ਤੇ ਹਰ ਇੱਕ ਦੀ ਆਵਾਜ਼ ਦੀ ਟੋਨ ਵੱਖਰੀ ਵੱਖਰੀ। ਕਈ ਬੰਦੇ ਜਿਨ੍ਹਾਂ ਨੂੰ ਆਪਾਂ ਜਾਣਦੇ ਹੋਈਏ ਸਾਰਿਆਂ ਨੂੰ, ਉਹ ਮਿਲ ਕੇ ਬੈਠੇ ਹੋਣ, ਆਪਾਂ ਭਾਵੇਂ ਸਾਹਮਣੇ ਨਾ ਹੋਈਏ, ਉਹ ਸਾਡੀਆਂ ਅੱਖਾਂ ਦੇ ਸਾਹਮਣੇ ਨਾ ਹੋਣ, ਅਸੀਂ ਇੱਕ ਦੂਜੇ ਦੀ ਆਵਾਜ਼ ਤੋਂ ਹੀ ਪਛਾਣ ਲੈਂਦੇ ਕਿ ਆ ਫਲਾਣਾ ਬੋਲ ਰਿਹਾ, ਫਲਾਣਾ ਬੋਲ ਰਿਹਾ। ਕਿੰਨੀਆਂ ਕੁ ਉਸ ਪ੍ਰਮਾਤਮਾ ਨੇ ਆਵਾਜ਼ਾਂ ਰੱਖੀਆਂ, ਕਿੰਨੀਆਂ ਸ਼ਕਲਾਂ ਸੂਰਤਾਂ ਰੱਖੀਆਂ। ਇਉਂ ਸ੍ਰੇਸ਼ਟ ਘਾੜਤਾਂ ਦੇ ਘੜਨ ਵਾਲਾ ਹੈ ਉਹ ਅਕਾਲ ਪੁਰਖ ਵਾਹਿਗੁਰੂ। ਸੁਜਾਨੀ ਸਭ ਕੁਝ ਜਾਣਨ ਵਾਲਾ ਹੈ, ਚਤੁਰ ਹੈ, ਸੂਝਵਾਨ ਹੈ, ਸੁਗੜ ਸਿਆਣਾ ਹੈ ਉਹ ਪ੍ਰਮਾਤਮਾ ਵਾਹਿਗੁਰੂ ਅੰਤਰਜਾਮੀ ਹੈ। ਤਿਨਹੀ ਸੁਣਿਆ ਦੁੱਖ ਸੁਖ ਮੇਰਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਹੀ ਜਦੋਂ ਬੇਨਤੀ ਕੀਤੀ ਤਾਂ ਉਸੇ ਨੇ ਮੇਰਾ ਦੁੱਖ ਸੁੱਖ ਸੁਣਿਆ ਹੈ। ਦੁੱਖ ਦੀ ਨਿਵਰਤੀ ਦੀ ਬੇਨਤੀ ਤੇ ਸੁਖ ਦੀ ਪ੍ਰਾਪਤੀ ਦੀ ਬੇਨਤੀ ਉਸ ਪਰਮਾਤਮਾ ਨੇ ਸੁਣੀ ਹੈ, ਉਸੇ ਨੇ ਕਿਰਪਾ ਕੀਤੀ ਹੈ। ਤਉ ਬਿਦ ਨੀਕੀ ਖਟਾਨੀ, ਜਦੋਂ ਵਾਹਿਗੁਰੂ ਦੇ ਕੋਲ ਆ ਕੇ ਆਪਣਾ ਦੁੱਖ ਸੁੱਖ ਫੋਲਿਆ ਹੈ, ਸੁਣਾਇਆ ਹੈ, ਵਾਹਿਗੁਰੂ ਕੇ ਪ੍ਰਤੱਖ ਰੂਪ ਸਤਿਗੁਰਾਂ ਦੇ ਦਰ ਤੇ ਬੇਨਤੀਆਂ ਕੀਤੀਆਂ, ਵਾਹਿਗੁਰੂ ਪ੍ਰਸੰਨ ਹੋਇਆ। ਤਉ ਬਿਦ ਨੀਕੀ ਖਟਾਨੀ, ਨੀਕੀ ਬਿਦ ਚੰਗੀ ਵਿਧੀ, ਚੰਗਾ ਤਰੀਕਾ ਜਿਹੜਾ ਖਟਾਨੀ ਪ੍ਰਗਟ ਹੋ ਗਿਆ, ਪ੍ਰਾਪਤ ਹੋ ਗਿਆ। ਭਾਵ ਜੀਵਨ ਦੀ ਚੰਗੀ ਜੁਗਤ, ਸੁਚੱਜੀ ਜੁਗਤ ਜਿਹੜੀ ਹੈ ਇਹ ਪ੍ਰਾਪਤ ਹੋ ਗਈ ਹੈ। ਅਸੀਂ ਤਾਂ ਗੁਰੂ ਤੋਂ ਬੇਮੁਖ ਰਹਿ ਕੇ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਤਰੀਕੇ ਨਾਲ ਜਿਉਂਦੇ ਆ ਨਾ, ਉਹਦੇ ਵਿੱਚ ਕਈ ਗੁਨਾਹ, ਕਈ ਗਲਤੀਆਂ, ਕਈ ਔਗਣ, ਕਈ ਵਿਕਾਰ। ਜੀਵਨ ਦੀ ਉੱਤਮ ਨੀਤੀ ਕਿਹੜੀ ਹੈ? ਸਤਿਗੁਰੂ ਜੀ ਫਰਮਾਨ ਕਰਦੇ ਨੇ ਗੁਰਬਾਣੀ ਵਿੱਚ, ਇਹੀ ਕਰਮ ਧਰਮ ਜਪ ਇਹੀ RAM ਨਾਮ ਨਿਰਮਲ ਹੈ ਰੀਤ। ਸਭ ਨਾਲੋਂ ਸ੍ਰੇਸ਼ਟ ਕਰਮ ਵੀ ਇਹੀ ਹੈ, ਸਭ ਨਾਲੋਂ ਉੱਤਮ ਧਰਮ ਵੀ ਇਹੀ ਹੈ, ਤੇ ਜੀਵਨ ਨੂੰ ਜਿਉਣ ਦੀ ਸਭ ਤੋਂ ਚੰਗੀ ਜੁਗਤੀ ਵੀ ਇਹੀ ਹੈ, ਤਰੀਕਾ ਵੀ ਇਹੀ ਹੈ ਕਿ RAM ਨਾਮ, RAM ਜੋ ਰਮਿਆ ਹੋਇਆ ਸਰਬ ਵਿਆਪਕ ਵਾਹਿਗੁਰੂ ਹੈ, ਉਸ ਦਾ ਨਾਮ ਜਪਣਾ। ਸੋ ਨਾਮ ਦਾ ਸਿਮਰਨ, ਸਤ ਸੰਗਤ ਕਰਨਾ, ਬਾਣੀ ਪੜ੍ਹਨੀ, ਜਿਵੇਂ ਸਤਿਗੁਰੂ ਜੀ ਕੇ ਪਰਮ ਪਵਿੱਤਰ ਬਚਨ ਨੇ ਕਿ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਸੋ ਇਹ ਜੀਵਨ ਦੀ ਉੱਤਮ ਰੀਤੀ, ਗੁਰੂ ਕੇ ਚਰਨਾਂ ਵਿੱਚ ਆਉਣਾ, ਗੁਰੂ ਕੇ ਲੜ ਲੱਗਣਾ, ਗੁਰ ਉਪਦੇਸ਼ ਦੇ ਧਾਰਨੀ ਬਣਨਾ, ਸਤਿਗੁਰੂ ਕੀ ਬਖਸ਼ੀ ਰਹਿਤ ਬਹਿਤ ਵਿੱਚ ਪਰਪੱਕ ਹੋਣਾ, ਨਾਮ ਜਪਣਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਪਰ ਉਪਕਾਰ ਕਰਨੇ, ਔਗੁਣਾਂ ਦਾ ਤਿਆਗ ਕਰਨਾ, ਸ਼ੁਭ ਗੁਣਾਂ ਦੇ ਧਾਰਨੀ ਬਣਨਾ, ਇਹ ਜੀਵਨ ਦੀ ਸਭ ਨਾਲੋਂ ਉੱਤਮ ਪੱਧਤੀ ਹੈ। ਇਹ ਜੀਵਨ ਜਿਉਣ ਦਾ ਸਹੀ ਸਲੀਕਾ ਹੈ, ਤਰੀਕਾ ਹੈ, ਜਿਸ ਦੇ ਨਾਲ ਲੋਕ ਪਰਲੋਕ ਦੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸੋ ਵਾਹਿਗੁਰੂ ਜੀ ਨੇ ਜਦੋਂ ਕਿਰਪਾ ਕੀਤੀ ਤਾਂ ਇਹ ਜੀਵਨ ਦੀ ਜਿਹੜੀ ਨੀਕੀ ਭਾਵ ਚੰਗੀ ਵਿਧੀ ਹੈ ਨਾ, ਇਹ ਖਟਾਨੀ ਮਿਲ ਗਈ ਹੈ, ਇਹ ਪ੍ਰਾਪਤ ਹੋਈ ਹੈ। ਭਾਵ ਇਉਂ ਜੀਵਨ ਗੁਰ ਆਸ਼ੇ ਦੇ ਅਨੁਕੂਲ ਹੋ ਗਿਆ ਹੈ। ਇੱਕ ਹੀ ਪਹਿਮਾਨੀ, ਜੀਵ ਦੀ, ਇਸ ਜੀਵ ਆਤਮਾ ਦੀ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਹੀ ਮੰਨੀ ਜਾਂਦੀ ਹੈ। ਸਾਧ ਸੰਗਤ ਜੀ, ਦੁਨੀਆ ਦੇ ਵਿੱਚ ਆਪਾਂ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਕੇ ਭੁਲੇਖਿਆਂ ਦੇ ਵਿੱਚ ਪੈ ਕੇ ਦਰ ਦਰ ਤੇ ਤੁਰੇ ਫਿਰਦੇ ਆ।
ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤੈ ਦੀਏ। ਜੀਵਨ ਵਿੱਚ ਕਦੇ ਸੁਖ ਆਉਂਦੇ ਨੇ, ਕਦੇ ਦੁੱਖ ਆਉਂਦੇ ਨੇ। ਇਹ ਸਾਡੇ ਪੂਰਬਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਹੈ। ਤੇ ਜਦੋਂ ਜੀਵਨ ਵਿੱਚ ਕੋਈ ਦੁੱਖ ਮੁਸੀਬਤ ਆ ਜਾਵੇ, ਭਾਵੇਂ ਛੋਟੀ ਭਾਵੇਂ ਵੱਡੀ, ਆਪਾਂ ਆਪਣੇ ਵੱਲੋਂ ਯਤਨ ਕਰਦਿਆਂ ਹੋਇਆਂ ਉਸ ਦੁੱਖ ਨੂੰ ਮੇਟਣ ਲਈ, ਉਸ ਮੁਸੀਬਤ ਤੋਂ ਖਹਿੜਾ ਛਡਾਉਣ ਲਈ ਕਦੇ ਕਿਸੇ ਦਾ ਆਸਰਾ ਲੈਂਦੇ, ਕਦੇ ਕਿਸੇ ਦਾ ਸਹਾਰਾ ਲੈਂਦੇ ਆ। ਦੇਹਧਾਰੀਆਂ ਦੰਭੀਆਂ ਪਖੰਡੀਆਂ ਪਿੱਛੇ ਤੁਰੇ ਫਿਰਨਾ, ਪੀਰਾਂ ਫਕੀਰਾਂ ਦੀਆਂ ਕਬਰਾਂ ਸਮਾਧਾਂ ਤੇ ਜਾ ਨੱਕ ਰਗੜਦੇ ਰਹਿਣਾ, ਜੋਤਿਸ਼ ਵਿਦਿਆ ਦੇ ਚੱਕਰਾਂ ਵਿੱਚ ਪੈ ਕੇ ਆਪਣਾ ਸਮਾਂ, ਆਪਣਾ ਧਨ ਦੌਲਤ, ਆਪਣਾ ਜੀਵਨ ਸਭ ਕੁਝ ਹੀ ਬਰਬਾਦ ਕਰਨਾ। ਹੋਰ ਅਨੇਕ ਆਸਰੇ ਸਹਾਰੇ ਆਪਾਂ ਭਾਲਦੇ ਹਾਂ, ਪਰ ਹੈ ਕਿਸੇ ਵਿੱਚ ਸ਼ਕਤੀ, ਕੋਈ ਕਿਸੇ ਵਿੱਚ ਹਿੰਮਤ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਕੋਈ ਦਖਲ ਦੇ ਸਕੇ, ਕੋਈ ਪ੍ਰਮਾਤਮਾ ਦੇ ਕੀਤੇ ਨੂੰ ਮੇਟ ਸਕੇ? ਕੋਈ ਨਹੀਂ ਮੇਟ ਸਕਦਾ। ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਵਾਹਿਗੁਰੂ ਦੇ ਪ੍ਰਤੱਖ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ, ਜਿਨ੍ਹਾਂ ਦੇ ਕੋਲ ਸਾਡੀ ਬੇਨਤੀ ਜਿਹੜੀ ਹੈ ਇਹ ਮੰਨੀ ਜਾਂਦੀ ਹੈ। ਜਿੱਥੇ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਸੋ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜ ਦਿੰਦੇ ਨੇ, ਸਾਡੇ ਦੁੱਖ ਮੇਟ ਦਿੰਦੇ ਨੇ, ਸਾਨੂੰ ਸੁੱਖਾਂ ਦੀਆਂ ਦਾਤਾਂ ਬਖਸ਼ਿਸ਼ ਕਰ ਦਿੰਦੇ ਨੇ। ਕਿਉਂਕਿ ਸਮਰੱਥਾ ਕੇਵਲ ਤੇ ਕੇਵਲ ਗੁਰੂ ਕੇ ਵਿੱਚ ਹੈ, ਉਸ ਪ੍ਰਮਾਤਮਾ ਦੇ ਵਿੱਚ ਹੈ। ਇੱਕ ਸ਼ਹਿਨਸ਼ਾਹ ਹੈ, ਦੁਨਿਆਵੀ ਰਾਜਾ ਕਹਿ ਲਈਏ, ਬਾਦਸ਼ਾਹ ਕਹਿ ਲਈਏ, ਉਹਨੇ ਜਿਹੜਾ ਹੁਕਮ ਕਰ ਦਿੱਤਾ, ਉਹ ਹੁਕਮ ਕਿਸੇ ਪ੍ਰਤੀ ਭਾਵੇਂ ਦੁੱਖ ਰੂਪ ਹੋਵੇ, ਕਿਸੇ ਪ੍ਰਤੀ ਭਾਵੇਂ ਸੁਖ ਰੂਪ ਹੋਵੇ, ਉਸ ਹੁਕਮ ਨੂੰ ਮੋੜਨ ਦੀ ਸਮਰੱਥਾ ਭਲਾ ਕਿਹਦੇ ਵਿੱਚ ਹੁੰਦੀ ਹੈ? ਹੋਰ ਕਿਸੇ ਵਿੱਚ ਵੀ ਨਹੀਂ ਹੁੰਦੀ। ਪਰ ਹਾਂ, ਉਹ ਸ਼ਹਿਨਸ਼ਾਹ ਜੇ ਆਪ ਚਾਹੇ ਤਾਂ ਉਹ ਆਪਣੀ ਕਿਰਪਾ ਦੇ ਨਾਲ ਕਿਸੇ ਨੂੰ ਨਿਵਾਜ ਦੇਵੇ, ਕਿਸੇ ਪ੍ਰਤੀ ਦਿੱਤਾ ਹੋਇਆ ਦੁੱਖ ਰੂਪੀ ਹੁਕਮ ਵਾਪਸ ਲੈ ਕੇ ਉਹਦੇ ਤੇ ਪ੍ਰਸੰਨ ਹੋ ਕੇ ਉਹਦੇ ਲਈ ਸੁਖ ਰੂਪੀ ਹੁਕਮ ਜਾਰੀ ਕਰ ਦੇਵੇ। ਇਹ ਸਮਰੱਥਾ ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਹੈ, ਜਿਸ ਨੇ ਧੁਰੋਂ ਸਾਡੇ ਕਰਮਾਂ ਮੁਤਾਬਕ ਲੇਖ ਲਿਖ ਕੇ ਸਾਨੂੰ ਭੇਜਿਆ ਹੋਇਆ ਹੈ। ਜੇ ਉਹ ਵਾਹਿਗੁਰੂ ਚਾਹੇ ਉਹੀ ਕਿਰਪਾ ਕਰੇ ਤਾਂ ਉਹ ਪ੍ਰਮਾਤਮਾ ਹੀ ਕਿਰਪਾ ਕਰਕੇ ਸਾਡੇ ਦੁੱਖਾਂ ਨੂੰ ਮੇਟ ਕੇ ਸੁੱਖਾਂ ਦੀ ਦਾਤ ਬਖਸ਼ਿਸ਼ ਕਰਨ ਦੇ ਸਮਰੱਥ ਹੈ, ਹੋਰ ਕੋਈ ਨਹੀਂ। ਜੀ ਕੀ ਏਕਾ ਹੀ ਪਹਿਮਾਨੀ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਹੀ ਇਸ ਜੀਵ ਆਤਮਾ ਦੀ ਗੱਲ, ਇਸ ਦੀ ਬੇਨਤੀ, ਇਸ ਦੀ ਜੋਦੜੀ ਮੰਨੀ ਜਾਂਦੀ ਹੈ। ਔਰ ਜਤਨ ਕਰ ਰਹੇ ਬਹੁ ਤੇਰੇ, ਉਸ ਵਾਹਿਗੁਰੂ ਕੀ ਸ਼ਰਨ ਲਏ ਤੋਂ ਬਿਨਾ, ਉਸ ਦਾ ਲਾੜ ਪਕੜੇ ਤੋਂ ਬਿਨਾ, ਉਸ ਦਾ ਸਹਾਰਾ, ਉਹਦਾ ਆਸਰਾ ਛੱਡ ਕੇ ਅਵਰ ਜਤਨ ਕਰ ਰਹੇ ਬਹੁ ਤੇਰੇ। ਹੋਰ ਅਨੇਕਾਂ ਯਤਨ ਸੁੱਖਾਂ ਦੀ ਪ੍ਰਾਪਤੀ ਲਈ, ਦੁੱਖਾਂ ਦੀ ਨਿਵਰਤੀ ਲਈ ਅਨੇਕਾਂ ਯਤਨ ਜਿਹੜੇ ਜੀਵ ਕਰ ਰਹੇ ਨੇ, ਬਹੁ ਤੇਰੇ ਬਥੇਰੇ ਯਤਨ, ਬਹੁਤ ਯਤਨ ਕਰ ਕਰਕੇ ਵੇਖ ਲਏ, ਹੰਭ ਗਏ, ਹਾਰ ਗਏ, ਥੱਕ ਗਏ। ਤਿਲ ਨਹੀਂ ਕੀਮਤ ਜਾਣੀ, ਉਹ ਜਿਹੜੇ ਯਤਨ ਨੇ ਨਾ ਅਨੇਕਾਂ, ਉਹਨਾਂ ਦੀ ਕੀਮਤ ਤਿਲ ਮਾਤਰ ਵੀ ਨਹੀਂ ਜਾਣੀ ਜਾਂਦੀ, ਉਹਨਾਂ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ, ਕਿਸੇ ਪ੍ਰਕਾਰ ਉਹਨਾਂ ਤੋਂ ਕੋਈ ਪ੍ਰਾਪਤੀ ਨਹੀਂ ਹੁੰਦੀ, ਉਹ ਸਾਰੇ ਯਤਨ ਵਿਅਰਥ। ਮਹਾਰਾਜ ਜੀ ਕੇ ਪਾਵਨ ਬਚਨ ਗੁਰਬਾਣੀ ਦੇ ਵਿੱਚ ਆਉਂਦੇ ਨੇ ਕਿ ਭਾਈ ਅਨੇਕਾਂ ਯਤਨ, ਅਨੇਕਾਂ ਸਾਧਨ, ਅਨੇਕਾਂ ਜਪ ਤਪ ਅਪਣਾਏ, ਇੱਕ ਗੁਰੂ ਕੀ ਸ਼ਰਨ ਤੋਂ ਬਿਨਾ ਸਭ ਕਰਮ ਫੋਕਟ ਜਾਨ, ਸਭ ਧਰਮ ਨੇ ਫਲਮਾਨ। ਸਾਰੇ ਕਰਮ ਵਿਅਰਥ ਤੇ ਉਹਨਾਂ ਕਰਮਾਂ ਨੂੰ ਕਰਾਉਣ ਵਾਲੇ ਸਾਰੇ ਧਰਮ ਜਿਹੜੇ ਨੇ ਉਹ ਨਿਸ਼ਫਲ। ਸੋ ਅਨੇਕ ਪ੍ਰਕਾਰ ਦੇ ਯਤਨ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਹੋਰ ਕੀਤੇ ਜਾਂਦੇ ਨੇ, ਉਹਨਾਂ ਯਤਨਾਂ ਦੀ ਤਿਲ ਮਾਤਰ ਵੀ ਕੀਮਤ ਨਹੀਂ ਜਾਣੀ ਜਾਂਦੀ, ਕੋਈ ਲਾਭ ਹੀ ਨਹੀਂ, ਕੋਈ ਫਾਇਦਾ ਨਹੀਂ ਹੁੰਦਾ। ਅਕਾਲ ਪੁਰਖ ਵਾਹਿਗੁਰੂ ਕਾ ਲੜ ਪਕੜੇ ਤੋਂ ਬਿਨਾ, ਨਾਮ ਜਪੇ ਤੋਂ ਬਿਨਾ ਅਨੇਕਾਂ ਯਤਨ ਭਾਵੇਂ ਸੰਸਾਰ ਸਾਗਰ ਤੋਂ ਆਪਣੇ ਪਾਰ ਉਤਾਰੇ ਦੇ ਵੀ ਕਰ ਲਏ ਜਾਣ, ਉਹਨਾਂ ਯਤਨਾਂ ਦੀ ਵੀ ਤਿਲ ਮਾਤਰ ਕੀਮਤ ਨਹੀਂ ਜਾਣੀ ਜਾਂਦੀ। ਜਿਹੜੇ ਹੋਰਨਾਂ ਯਤਨਾਂ ਦੇ ਵਿੱਚ ਹੀ ਲੱਗੇ ਰਹਿੰਦੇ ਨੇ, ਉਹਨਾਂ ਨੇ ਤਿਲ ਮਾਤਰ ਵੀ ਪ੍ਰਭੂ ਪ੍ਰਮਾਤਮਾ ਦੀ ਕੀਮਤ ਨੂੰ ਨਹੀਂ ਜਾਣਿਆ, ਗੁਰੂ ਕੀ ਮਿਤ ਮਰਜ਼ਾਦਾ ਨੂੰ ਜਾਣਿਆ ਨਹੀਂ। ਸਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ का जो परम पवित्र नाम है अमृत, ये अंग रहत करने वाला है, मृत मृत्यु तो, जन्म मरण तो रहत कर देने वाला। अमृत सरीखा है, मिठा है, आनंददायक है। और ये जरा अमृत रूपी वाहिगुरु जी का नाम है ना, निर्मोलक हीरा,
ਇਹ ਇੱਕ ਇਹੋ ਜਿਹਾ ਹੀਰਾ ਹੈ ਜਿਹਦਾ ਮੁੱਲ ਕੋਈ ਪਾਇਆ ਹੀ ਨਹੀਂ ਜਾ ਸਕਦਾ, ਕੋਈ ਮੁੱਲ ਆਂਕਿਆ ਹੀ ਨਹੀਂ ਜਾ ਸਕਦਾ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਅਜੋਕੇ ਪਟਨੇ ਸ਼ਹਿਰ ਦੀ ਧਰਤੀ ਤੇ ਗਏ ਨੇ, ਸਤਿਗੁਰੂ ਮਹਾਰਾਜ ਜੀ ਨੇ ਕੋਈ ਕੌਤਕ ਕਰਨਾ ਹੁੰਦਾ ਹੈ, ਹਰ ਕੌਤਕ ਦੇ ਵਿੱਚ ਕੋਈ ਰਹੱਸ ਹੁੰਦਾ, ਭੇਦ ਹੁੰਦਾ। ਸੋ ਇੱਕ ਕੀਮਤੀ ਹੀਰਾ ਕਹਿ ਲਈਏ, ਲਾਲ ਕਹਿ ਲਈਏ, ਉਹ ਦੇ ਕੇ ਭਾਈ ਮਰਦਾਨਾ ਜੀ ਨੂੰ ਭੇਜਿਆ ਸੀ ਕਿ ਜਾਓ ਇਹਦਾ ਮੁੱਲ ਪਵਾ ਕੇ ਲਿਆਓ। ਸੋ ਉਹ ਕੀਮਤੀ ਹੀਰਾ ਲੈ ਕੇ ਜਦੋਂ ਗਏ, ਕੋਈ ਆਪੋ ਆਪਣੀ ਸਮਝ ਮੁਤਾਬਕ ਕੁਝ ਮੁੱਲ ਪਾਉਂਦਾ, ਕੋਈ ਕੁਝ ਮੁੱਲ ਪਾਉਂਦਾ, ਤੇ ਆਖਰ ਜਦੋਂ ਸਾਲਸਰਾਏ ਜੌਹਰੀ ਦੇ ਕੋਲ ਪਹੁੰਚੇ ਸਨ, ਜੋ ਜਵਾਹਰਾਤਾਂ ਦਾ ਸਹੀ ਪਾਰਖੂ ਸੀ, ਉਹਨੇ ਉਹ ਹੀਰਾ ਵੇਖ ਕੇ ਉਹਦੇ ਅੱਗੇ ਹੱਥ ਜੋੜੇ ਸੀਸ ਨਵਾਇਆ ਤੇ ਉਹਨਾਂ ਸਮਿਆਂ ਦਾ 100 ਰੁਪਇਆ ਉਹ ਭੇਟਾ ਰੱਖੀ ਤੇ ਕਹਿਣ ਲੱਗਾ ਕਿ ਇਸ ਹੀਰੇ ਦੀ ਕੀਮਤ ਕੋਈ ਦੇ ਨਹੀਂ ਸਕਦਾ, ਤਾਰ ਨਹੀਂ ਸਕਦਾ। ਇਹ ਇੰਨਾ ਕੀਮਤੀ ਹੈ, ਇੰਨਾ ਨਿਰਮੋਲਕ ਹੈ ਕਿ ਇਹਦੇ ਦਰਸ਼ਨ ਮਾਤਰ ਕਰਨ ਦੀ ਭੇਟ ਆਈ ਜਿਹੜੀ ਹੈ ਇਹ 100 ਰੁਪਇਆ ਹੈ। ਆ ਤੁਸੀਂ ਆਪਣਾ ਹੀਰਾ ਵੀ ਰੱਖੋ ਤੇ ਇਹ ਦਰਸ਼ਨੀ ਭੇਟਾ ਵੀ ਲੈ ਜਾਵੋ। ਜਦੋਂ ਭਾਈ ਮਰਦਾਨਾ ਜੀ ਲੈ ਕੇ ਗੁਰਚਰਨਾਂ ਵਿੱਚ ਆਏ ਤੇ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਸੀ ਕਿ ਮਰਦਾਨਾ, ਜਦੋਂ ਵਸਤੂ ਵੇਚੀ ਹੀ ਨਹੀਂ, ਦਿੱਤੀ ਹੀ ਨਹੀਂ, ਤਾਂ ਉਹਦਾ ਮੁੱਲ ਜਾਂ ਉਹਦੀ ਭੇਟਾ ਕੀ ਲੈਣੀ। ਮਾਇਆ ਲੈਣ ਦੇ ਅਧਿਕਾਰੀ ਤਾਂ ਹੀ ਆ ਨਾ ਜੀ, ਆਪਣੀ ਚੀਜ਼ ਦਿੱਤੀ ਹੋਵੇ ਤਾਂ ਵਾਪਸ ਕਰਕੇ ਆ। ਭਾਈ ਮਰਦਾਨਾ ਜੀ ਵਾਪਸ ਕਰਨ ਜਾਂਦੇ ਨੇ, ਸਾਲਸਰਾਏ ਜੀ ਬੇਨਤੀ ਕਰਦੇ ਕਿ ਇੱਕ ਵਾਰ ਦਿੱਤੀ ਭੇਟਾ ਵਾਪਸ ਨਹੀਂ ਹੋ ਸਕਦੀ, ਇਹ ਤਾਂ ਇਹਦੀ ਦਰਸ਼ਨੀ ਭੇਟ ਆਈ ਸੀ। ਇਉਂ ਕੁਝ ਗੇੜੇ ਇੱਧਰ ਉੱਧਰ ਵਾਰ-ਵਾਰ ਭਾਈ ਮਰਦਾਨਾ ਜੀ ਦੇ ਲੱਗੇ ਤੇ ਫਿਰ ਸਤਿਗੁਰੂ ਜੀ ਨੇ ਭੇਜਿਆ ਸੀ, ਜਾ ਉਸ ਜੌਹਰੀ ਨੂੰ ਸਾਡੇ ਕੋਲ ਬੁਲਾ ਕੇ ਲਿਆ। ਸਾਲਸਰਾਏ ਜੌਹਰੀ ਜੀ ਬੁਲਾਵਾ ਮਿਲਣ ਤੋਂ ਆਏ ਸਤਿਗੁਰਾਂ ਦੇ ਕੋਲ। ਮਹਾਰਾਜ ਨੇ ਬਚਨ ਕੀਤਾ, ਜੌਹਰੀ ਬੜੀ ਪਰਖ ਹੈ, ਬੜੀ ਪਛਾਣ ਹੈ ਹੀਰੇ ਜਵਾਹਰਾਤਾਂ ਦੀ। ਕਹਿਣ ਲੱਗਾ, ਹਾਂ ਮਹਾਤਮਾ ਜੀ, ਆਪ ਜੀ ਦੀ ਕਿਰਪਾ ਹੈ, ਮੈਂ ਹੀਰੇ ਜਵਾਹਰਾਤਾਂ ਨੂੰ ਚੰਗੀ ਤਰ੍ਹਾਂ ਪਰਖਣਾ ਜਾਣਦਾ ਹਾਂ। ਤੇ ਮਹਾਰਾਜ ਨੇ ਬਚਨ ਕੀਤਾ ਸੀ, ਕੇਵਲ ਇਹ ਜਿਹੜੇ ਕੱਚ ਰੂਪੀ ਹੀਰੇ ਨੇ ਇਹਨਾਂ ਨੂੰ ਪਰਖਣਾ ਜਾਣਦਾ ਹੈ ਕਿ ਜਾਂ ਜੀਵਨ ਰੂਪੀ ਅਨਮੋਲ ਹੋ ਰਹੀ ਹੀਰੇ ਦੀ ਕੀਮਤ ਦਾ ਵੀ ਪਤਾ ਹੈ। ਇਹ ਕਿਵੇਂ ਸਫਲਾ ਹੋਵੇਗਾ? ਪਰਮਾਤਮਾ ਦਾ ਨਾਮ ਰੂਪੀ ਹੀਰਾ ਜਿਹੜਾ, ਉਹਦਾ ਕੋਈ ਮੁੱਲ, ਉਹਦੀ ਕੀਮਤ, ਉਹਨੂੰ ਕੋਈ ਪਰਖਣਾ ਜਾਣਦਾ ਹੈ? ਕਹਿਣ ਲੱਗਾ, ਜੀ ਮੈਂ ਨਹੀਂ ਜਾਣਦਾ, ਹੁਣ ਆਪ ਜੀ ਤਰੁੱਠੇ ਹੋ ਤਾਂ ਕਿਰਪਾ ਕਰ ਦਿਓ। ਤਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਲਸਰਾਏ ਜੌਹਰੀ ਤੇ ਕਿਰਪਾ ਕਰਕੇ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਜੋੜਿਆ ਸੀ। ਅਧਰਕਾ ਨਾਮ ਦਾ ਇੱਕ ਸੇਵਕ ਸੀ ਸਾਲਸਰਾਏ ਦਾ, ਜਿਹੜਾ ਉਹਦੇ ਕੋਲ ਨੌਕਰੀ ਕਰਦਾ ਸੀ, ਮੁੱਠੀ ਚਾਪੀ ਕਰਿਆ ਕਰਦਾ ਸੀ। ਸੋ ਉਹਦੇ ਮਨ ਦੀ ਵਧੇਕ ਭਾਵਨਾ ਵੇਖ ਕੇ ਸਤਿਗੁਰੂ ਜੀ ਨੇ ਉਸ ਅਧਰਕੇ ਤੇ ਕਿਰਪਾ ਕਰਕੇ ਉਸ ਨੂੰ ਆਤਮਿਕ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੱਤੀ ਤੇ ਬਚਨ ਕੀਤਾ ਕਿ ਸਾਲਸਰਾਏ, ਅੱਜ ਤੋਂ ਇਹ ਤੇਰਾ ਪੂਜਨੀਕ, ਤੂੰ ਇਹਦੀ ਪੂਜਾ ਕਰਿਆ ਕਰਨੀ ਹੈ, ਇਹਦੀ ਸੰਗਤ ਕਰਿਆ ਕਰਨੀ ਹੈ, ਤੇਰਾ ਭਲਾ ਹੋਵੇਗਾ। ਤੇ ਦੇਖੋ ਸਾਧ ਸੰਗਤ ਜੀ, ਕਿੱਡੀ ਵੱਡੀ ਕਿਰਪਾ। ਸਾਲਸਰਾਏ ਨੇ ਇੱਕ ਪਲ ਨਹੀਂ ਲਾਇਆ, ਉਸੇ ਵਕਤ ਆਪਣੇ ਸੇਵਕ ਅਧਰਕੇ ਦੇ ਚਰਨਾਂ ਤੇ ਆਪਣਾ ਸੀਸ ਰੱਖ ਦਿੱਤਾ ਸੀ। ਨਹੀਂ ਤਾਂ ਬੰਦਾ ਸੋਚ ਹੀ ਲੈਂਦਾ ਕਿ ਇਹ ਤਾਂ ਮੇਰਾ ਨੌਕਰ ਔਰ ਮੇਰੀਆਂ ਲੱਤਾਂ ਬਾਹਾਂ ਘੁੱਟਦਾ ਰਿਹਾ, ਮੇਰੀ ਸੇਵਾ ਕਰਦਾ ਰਿਹਾ, ਅੱਜ ਮੈਂ ਇਹਦੇ ਅੱਗੇ ਝੁਕਾਂ? ਨਹੀਂ, ਪਲ ਮਾਤਰ ਵਿੱਚ ਹੀ ਆਪਣਾ ਸੀਸ ਅਧਰਕੇ ਦੇ ਅੱਗੇ ਝੁਕਾ ਦਿੱਤਾ ਸੀ ਤੇ ਫਿਰ ਸਾਰੀ ਉਮਰ ਉਹਨਾਂ ਦੀ ਉਹ ਸੇਵਾ ਕਰਦੇ ਰਹੇ ਸਨ। ਐਸਾ ਨਾਮ ਰੂਪੀ ਹੀਰਾ ਤੇ ਸ਼ੁਭ ਗੁਣਾ ਰੂਪੀ ਜਵਾਹਰਾਤ ਸਾਲਸਰਾਏ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਸਨ। ਸੋ ਇਹ ਦੁਨਿਆਵੀ ਹੀਰੇ ਜਿਹੜੇ ਨੇ ਕਿੰਨੇ ਵੀ ਕੀਮਤੀ ਕਿਉਂ ਨਾ ਹੋਣ, ਕਿਤੇ ਨਾ ਕਿਤੇ ਜਾ ਕੇ ਤੇ ਇਹਨਾਂ ਦੀ ਕੀਮਤ ਰੁਕਦੀ ਹੈ, ਕਿਤੇ ਤਾਂ ਹੱਦ ਹੈ। ਪਰ ਵਾਹਿਗੁਰੂ ਦਾ ਨਾਮ ਐਸਾ ਕੀਮਤੀ ਹੀਰਾ ਹੈ ਜਿਹੜਾ ਨਿਰਮੋਲਕ ਹੈ, ਭਾਵ ਜਿਸ ਦਾ ਮੁੱਲ ਆਂਕਿਆ ਹੀ ਨਹੀਂ ਜਾ ਸਕਦਾ, ਜਿਸ ਦੀ ਕੋਈ ਕੀਮਤ ਕਥਨ ਕੀਤੀ ਨਹੀਂ ਜਾ ਸਕਦੀ। ਐਸਾ ਜੋ ਪਵਿੱਤਰ ਨਾਮ ਅੰਮ੍ਰਿਤ ਰੂਪੀ ਨਿਰਮੋਲਕ ਹੀਰਾ ਹੈ। ਗੁਰੂ ਬਿਨੈ ਮੰਤਾਨੀ, ਉਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਸੰਸਾਰ ਨੂੰ, ਵਡਭਾਗੀ ਜੀਵਾਂ ਨੂੰ ਨਾਮ ਮੰਤਰ ਦੇ ਰੂਪ ਵਿੱਚ ਬਖਸ਼ਿਸ਼ ਕੀਤਾ, ਗੁਰ ਮੰਤਰ ਦੇ ਰੂਪ ਵਿੱਚ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ, ਵੇਦ ਕਤੇਬ ਅਗੋਚਰਾ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਇਹ ਜਿਹੜਾ ਨਾਮ ਰੂਪੀ ਨਿਰਮੋਲਕ ਹੀਰਾ ਹੈ, ਨਾਮ ਅੰਮ੍ਰਿਤ ਰੂਪ, ਸਤਿਗੁਰੂ ਨੇ ਆਪਣੇ ਪਿਆਰਿਆਂ ਤੇ ਕਿਰਪਾ ਕਰਕੇ ਗੁਰ ਮੰਤਰ ਦੇ ਰੂਪ ਵਿੱਚ ਤਿਨਾਂ ਨੂੰ ਬਖਸ਼ਿਸ਼ ਕੀਤਾ ਹੈ। ਨਾ ਡੋਲੇ ਦ੍ਰਿੜ ਕਰ ਰਹੇ, ਨਾਮ ਅੰਮ੍ਰਿਤ ਦੀ ਪ੍ਰਾਪਤੀ ਹੋ ਗਈ, ਜਿਨ੍ਹਾਂ ਦਾ ਨਾਮ ਵਾਹਿਗੁਰੂ ਕੇ ਹਿਰਦੇ ਵਿੱਚ ਟਿਕ ਗਿਆ, ਡਿਗੈ ਨਾ ਡੋਲੇ।
ਨਾ ਉਹ ਆਪਣੇ ਨਿਸ਼ਚੇ ਤੋਂ ਕਦੇ ਡਿੱਗਦੇ ਨੇ ਤੇ ਨਾ ਉਹ ਡੋਲਦੇ ਨੇ। ਐਸੀ ਉਚੇਰੀ ਅਧਿਆਤਮਿਕ ਅਵਸਥਾ ਬਣ ਜਾਂਦੀ ਹੈ ਕਿ ਮਨ ਡੀਗ ਡੋਲ ਨਾ ਜਾਏ, ਕਤ ਹੀ ਆਪਣੇ ਪਿਰ ਭਾਣਿਆ। ਦੁਨੀਆ ਦੇ ਅਨੇਕ ਪ੍ਰਕਾਰ ਦੇ ਜਿਹੜੇ ਲਾਲਚ ਹਨ ਉਹ ਉਹਨਾਂ ਨੂੰ ਧਰਮ ਦੇ ਔਰ ਸਿਦਕ ਦੇ ਨਿਸ਼ਚੇ ਤੋਂ ਡੇਗ ਨਹੀਂ ਸਕਦੇ। ਦੁਨੀਆ ਦੇ ਅਨੇਕ ਪ੍ਰਕਾਰ ਦੇ ਕਸ਼ਟ ਅਤੇ ਦੁੱਖ ਉਹ ਉਹਨਾਂ ਗੁਰੂ ਪਿਆਰਿਆਂ ਨੂੰ ਡੁਲਾ ਨਹੀਂ ਸਕਦੇ। ਆਪਣਾ ਇਤਿਹਾਸ ਆਪਾਂ ਪੜ੍ਹਦੇ ਸੁਣਦੇ ਵਿਚਾਰਦੇ ਆ ਨਾ ਸਾਧ ਸੰਗਤ ਜੀ। ਥੋੜੇ ਦਿਨ ਪਹਿਲਾਂ ਹੀ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਹਾੜਾ ਸੰਗਤਾਂ ਨੇ ਮਨਾਇਆ ਹੈ। ਜ਼ਕਰੀਏ ਨਵਾਬ ਦੇ ਦਰਬਾਰ ਦੇ ਵਿੱਚ ਪੇਸ਼ੀ ਹੈ। ਦੋਸ਼ ਕੀ ਹੈ? ਸਿੰਘਾਂ ਨੂੰ ਪਨਾਹ ਦੇਣੀ ਤੇ ਲੰਗਰ ਪਾਣੀ ਦੀ ਸੇਵਾ ਕਰਨੀ। ਚੜ੍ਹਦੀ ਜਵਾਨੀ ਦੀ ਉਮਰ ਹੈ ਭਾਈ ਸਾਹਿਬ ਜੀ ਕੀ, ਪਰ ਨਾਮ ਬਾਣੀ ਦੀ ਰੰਗਣ ਵਿੱਚ ਮਨ ਰੰਗਿਆ ਹੋਇਆ ਹੈ। ਪੂਰਾ ਟਿੱਲ ਲਾਇਆ ਜਾ ਰਿਹਾ ਜ਼ਾਲਮਾਂ ਦੇ ਵਜੋਂ ਕਿ ਤਾਰੂ ਸਿੰਘਾ ਸਿੱਖੀ ਤਿਆਗ ਦੇ, ਮੁਸਲਮਾਨ ਬਣਨਾ ਪ੍ਰਵਾਨ ਕਰ ਲੈ, ਧਨ ਦੌਲਤ ਦੇ ਜਿੰਨੇ ਖਜ਼ਾਨੇ ਕਹੇ ਤੈਨੂੰ ਮਿਲ ਜਾਣਗੇ ਔਰ ਇਸੇ ਪ੍ਰਕਾਰ ਕਿਸੇ ਇਲਾਕੇ ਦਾ ਰਾਜ ਭਾਗ ਤੈਨੂੰ ਦੇ ਦਿੱਤਾ ਜਾਵੇਗਾ, ਬੇਗਮਾਂ ਦੇ ਡੋਲੇ ਮਿਲਣਗੇ, ਬਸ ਇੱਕ ਵਾਰ ਗੱਲ ਮੰਨ ਲੈ, ਕਹਿ ਦੇ ਕਿ ਸਿੱਖੀ ਛੱਡੀ, ਮੁਸਲਮਾਨ ਧਰਮ ਅਪਣਾਇਆ। ਸੋ ਉਸ ਵਕਤ ਇਹ ਅਨੇਕਾਂ ਲਾਲਚ, ਅਨੇਕਾਂ ਡਰਾਵੇ ਵੀ ਕਿ ਜੇ ਸਾਡੀ ਗੱਲ ਨਾ ਮੰਨੀ ਤਾਂ ਬੜੇ ਤਸੀਹੇ ਦਿੱਤੇ ਜਾਣਗੇ, ਬੜੇ ਕਸ਼ਟ ਦਿੱਤੇ ਜਾਣਗੇ, ਜਾਨੋਂ ਮਾਰ ਦਿੱਤਾ ਜਾਵੇਗਾ। ਪਰ ਸਭ ਲਾਲਚਾਂ ਨੂੰ ਜੁੱਤੀ ਦੀ ਨੋਕ ਤੇ ਠਕਰਾਉਂਦਿਆਂ ਭਾਈ ਸਾਹਿਬ ਬਚਨ ਕਰਦੇ ਨੇ, ਧਰਮ ਕੇ ਹੇਤ ਸਰੀਰ ਮੇਰਾ, ਪ੍ਰਣ ਪਾਲ ਕੇ ਖਾਕ ਕੇ ਸਾਥ ਮਿਲੇਗਾ, ਸਿਦਕ ਤੈ ਚਿੱਤ ਅਡੋਲ ਖੜਾ, ਬ੍ਰਹਮੰਡ हिले पर ਇਹ ਨਾ ਹਿਲੇਗਾ, साजो समान त्रिलोकी को राज, कबीर की माया का द्वार खुलेगा, एती विभूति को देख कदांचना तारू मृगिंद का चित डुलेगा। ਜਦੋਂ ਅੰਮ੍ਰਿਤ ਛਕਿਆ ਸੀ ਉਦੋਂ ਪੰਜ ਪਿਆਰੇ ਸਹਿਬਾਨ ਅੱਗੇ ਗੁਰੂ ਕੀ ਹਜ਼ੂਰੀ ਵਿੱਚ ਪ੍ਰਣ ਕੀਤਾ ਸੀ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ ਹੈ। ਸੋ ਇਸ ਵਾਸਤੇ ਧਰਮ ਕੇ ਹੇਤ ਸਰੀਰ ਮੇਰਾ, ਪ੍ਰਾਣ ਪਾਲ ਕੇ ਖਾਕ ਕੇ ਸਾਥ ਮਿਲੇਗਾ। ਧਰਮ ਦੇ ਨਿਭਾਅ ਵਾਸਤੇ ਮੇਰਾ ਸਰੀਰ ਆਪਣੇ ਪ੍ਰਣ ਦੀ ਪਾਲਣਾ ਕਰਦਿਆਂ ਹੋਇਆਂ ਧਰਤੀ ਨਾਲ ਤਾਂ ਮਿਲ ਜਾਵੇ, ਧੂੜ ਵਿੱਚ ਭਾਵੇਂ ਮਿਲ ਜਾਵੇ, ਪਰ ਧਰਮ ਨਹੀਂ ਛੱਡਾਂਗਾ। ਗੁਰਸਿੱਖੀ ਦੇ ਸਿਦਕ ਉੱਪਰ ਮੇਰਾ ਚਿੱਤ ਐਸੀ ਅਡੋਲਤਾ ਦੇ ਨਾਲ ਖਲੋਤਾ ਹੈ ਕਿ ਕੁੱਲ ਬ੍ਰਹਮੰਡ ਭਾਵੇਂ ਹਿੱਲ ਜਾਵੇ, ਸੂਰਜ ਪੱਛਮ ਵੱਲੋਂ ਚੜ੍ਹਨ ਲੱਗ ਪਵੇ ਤੇ ਪੂਰਬ ਵੱਲ ਡੁੱਬਣ ਲੱਗ ਪਵੇ, ਪਾਣੀ ਨਿਵਾਣ ਵੱਲ ਵਹਿਣ ਦੀ ਬਜਾਏ ਉਚਾਈ ਵੱਲ ਵਹਿਣਾ ਸ਼ੁਰੂ ਕਰ ਦੇਵੇ, ਧਰਤੀ ਉੱਪਰ ਹੋ ਜਾਵੇ, ਅਸਮਾਨ ਹੇਠਾਂ ਆ ਜਾਵੇ, ਬ੍ਰਹਮੰਡ ਹਿਲੇ, ਇਉਂ ਸਾਰਾ ਬ੍ਰਹਮੰਡ ਭਾਵੇਂ ਹਿਲ ਜਾਵੇ ਪਰ ਮੇਰਾ ਚਿੱਤ ਸਿੱਖੀ ਦੇ ਸਿਦਕ ਤੋਂ ਕਦੇ ਨਹੀਂ ਹਿੱਲੇਗਾ। ਤੁਸੀਂ ਗੱਲ ਕਰਦੇ ਹੋ ਕਿਸੇ ਇਲਾਕੇ ਦੇ ਛੋਟੇ ਦੇ ਰਾਜ ਭਾਗ ਦੀ, ਧਨ ਦੌਲਤ ਦੇ ਖਜ਼ਾਨਿਆਂ ਦੀ, ਸਾਜੋ ਸਮਾਨ ਦੁਨੀਆ ਦਾ ਕੁੱਲ ਸਾਜੋ ਸਮਾਨ ਭਾਵੇਂ ਮੇਰੇ ਅੱਗੇ ਆ ਜਾਵੇ, त्रिलोकी को राज, स्वर्ग लोक, मात लोक, पताल लोक, तिन्ना लोकां दा राज भी भावें मेरे सामने क्यों ना आ जावे, मैनू क्यों ना मिलदा होवे, ते कुबेर की माया का द्वार खुलेगा। धन दा देवता जो हिंदू मत विच कुबेर मन्निया जांदा है कि सारे दुनिया दे धन दा मालक वो है, देवता वो है, ਉਹਦੇ ਸਾਰੇ ਖਜ਼ਾਨਿਆਂ ਦੇ ਦੁਆਰੇ ਵੀ ਭਾਵੇਂ ਮੇਰੇ ਵਾਸਤੇ ਕਿਉਂ ਨਾ ਖੁੱਲ ਜਾਣ ਕਿ ਆਹ ਸਭ ਕੁਝ ਲੈ ਲਾ, ਸਿੱਖੀ ਛੱਡ ਦੇ, ਏਤੀ ਵਿਭੂਤੀ ਕੋ ਦੇਖ, ਇੰਨੀ ਵਿਭੂਤੀ ਇੰਨੀ ਸਮੱਗਰੀ ਵੇਖ ਕੇ ਵੀ ਕਦੰਚ ਨਾ ਤਾਰੂ ਮਰਗਿੰਦ ਕਾ ਚਿੱਤ ਡੁੱਲੇਗਾ, ਤਾਰੂ ਸਿੰਘ ਦਾ ਚਿੱਤ ਨਹੀਂ ਕਦੇ ਵਾਸਤੇ ਡੋਲੇਗਾ। ਇਹੋ ਜਿਹੀ ਪਰਪਕਤਾ ਡਿਗਿਆ ਨਾ ਡੋਲੇ, ਨਾ ਲਾਲਚ ਦੇਖ ਸਕਦਾ ਨਿਸ਼ਚੇ ਤੋਂ, ਨਾ ਇਸੇ ਪ੍ਰਕਾਰ ਕੋਈ ਦੁਨੀਆ ਦੇ ਤਸੀਹੇ ਤੇ ਦੁੱਖ ਜਿਹੜੇ ਨੇ ਉਹ ਡੁਲਾ ਸਕਦੇ ਨੇ। ਸ਼ਹੀਦੀ ਪ੍ਰਾਪਤ ਕਰ ਲਈ ਪਰ ਨਾ ਡਿੱਗੇ ਤੇ ਨਾ ਡੋਲੇ। ਸੋ ਡਿੱਗਾ ਨਾ ਡੋਲੇ ਜਿਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮੰਤਰ ਗੁਰੂ ਕੀ ਕਿਰਪਾ ਦੇ ਨਾਲ ਵਸ ਗਿਆ, ਉਹ ਨਹੀਂ ਡਿੱਗਦੇ, ਉਹ ਨਹੀਂ ਡੋਲਦੇ। ਸਾਧ ਸੰਗਤ ਜੀ ਉਹ ਆਪਣੇ ਜੀਵਨ ਤੋਂ ਨਹੀਂ ਡਿੱਗਦੇ, ਅਧਿਆਤਮਿਕ ਜੀਵਨ ਦੀਆਂ ਐਸੀਆਂ ਉੱਚੀਆਂ ਉਚਾਈਆਂ ਪ੍ਰਾਪਤ ਹੋ ਜਾਂਦੀਆਂ ਕਿ ਉਹਦੇ ਤੋਂ ਹੇਠਾਂ ਨਹੀਂ ਡਿੱਗਦੇ ਤੇ ਉਹਨਾਂ ਦਾ ਮਨ ਇੱਧਰ ਉੱਧਰ ਡੋਲਦਾ ਨਹੀਂ, ਭਟਕਦਾ ਨਹੀਂ, ਭਰਮਦਾ ਨਹੀਂ, ਕਿਉਂਕਿ ਦ੍ਰਿੜ ਕਰ ਰਹੇ ਹੋ। ਉਹ ਗੁਰਮਤਿ ਗੁਰਸਿੱਖੀ ਦੇ ਨਿਸ਼ਚੇ ਵਿੱਚ ਦ੍ਰਿੜ ਹੋ ਕੇ ਰਹਿੰਦੇ ਨੇ, ਦ੍ਰਿੜ ਕਰ ਰਹੇ ਹੋ। ਨਾਮ ਮੰਤਰ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਕੇ ਪਰਪੱਕ ਕਰਕੇ ਉਹਨਾਂ ਨੇ ਰੱਖਿਆ ਹੈ। ਪੂਰਨ ਹੋਏ ਤ੍ਰਿਪਤਾਨੀ, ਔਰ ਪੂਰਨ ਤੌਰ ਤੇ ਉਹਨਾਂ ਨੂੰ ਤ੍ਰਿਪਤੀ ਹੋ ਜਾਂਦੀ ਹੈ, ਰੱਜ ਆ ਜਾਂਦਾ, ਸੰਤੋਖ ਆ ਜਾਂਦਾ ਹੈ।
ਸਾਡੇ ਆਮ ਸੰਸਾਰਕ ਜੀਵਾਂ ਦੇ ਮਨ ਤਾਂ ਐਸੇ ਨੇ ਨਾ ਕਿ ਸਹਿਸ ਖੱਟੇ ਲੱਖ ਕਉ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਪਰ ਗੁਰਮੁਖ ਪਿਆਰੇ ਨਾਮ ਸਿਮਰਨ ਬੰਦਗੀ ਕਰਨ ਵਾਲਿਆਂ ਦੀ ਅਵਸਥਾ ਜਥਾ ਲਾਭ ਤਥਾ ਸੰਤੁਸ਼ਟ ਵਾਲੀ ਹੁੰਦੀ ਹੈ, ਪੂਰਨ ਤ੍ਰਿਪਤੀ ਹੋ ਜਾਂਦੀ ਹੈ। ਤ੍ਰਿਪਤ ਭਈ ਸਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ, ਇਹ ਪੂਰਨ ਤੌਰ ਤੇ ਉਹਨਾਂ ਨੂੰ ਤ੍ਰਿਪਤੀ ਆ ਗਈ, ਰੱਜ ਆ ਗਿਆ, ਕੋਈ ਭੁੱਖ ਰਹੀ ਹੀ ਨਹੀਂ। ਜੋ ਬੀਚ ਹਮ ਤੁਮ ਕਛ ਹੋਤੇ, ਉਹਨਾਂ ਦੀ ਦ੍ਰਿਸ਼ਟੀ ਐਸੀ ਬ੍ਰਹਮਮਈ ਹੋ ਜਾਂਦੀ ਹੈ ਕਿ ਓਏ ਜੋ ਬੀਚ ਹਮ ਤੁਮ ਕਛ ਹੋਤੇ, ਉਹ ਜਿਹੜੇ ਸਾਡੇ ਆਮ ਜੀਵਾਂ ਦੇ ਹਿਰਦੇ ਵਿੱਚ ਹਮ ਤੁਮ ਮੈਂ ਤੇ ਤੂੰ ਇਹ ਭਾਵ ਕੁਝ ਹੁੰਦੇ ਸਨ। ਐ ਮੈਂ ਹਾਂ, ਐ ਤੂੰ ਹੈ, ਐ ਵਸਤੂ ਮੇਰੀ ਹੈ, ਐ ਤੇਰੀ ਹੈ। ਇਹ ਮੈਂ ਮੇਰੀ ਤੇ ਤੈਂ ਤੇਰੀ ਵਾਲਾ ਜਿਹੜਾ ਸੁਭਾਅ ਸੀ ਨਾ, ਇਹ ਗੱਲਾਂ ਜਿਹੜੀਆਂ ਹੁੰਦੀਆਂ ਸਨ। ਤਿਨ ਕੀ ਬਾਤ ਬਿਲਾਨੀ, ਉਹਨਾਂ ਦੀ ਤਾਂ ਹੁਣ ਗੱਲ ਹੀ ਬੀਤ ਗਈ ਹੈ, ਉਹ ਤਾਂ ਗੁਜ਼ਰੇ ਸਮੇਂ ਦੀਆਂ ਬਾਤਾਂ ਹੋ ਗਈਆਂ। ਉਹ ਮੈਂ ਮੇਰੀ ਦਾ ਪ੍ਰਭਾਵ ਹੀ ਮਿਟ ਗਿਆ। ਹਮ ਜੀਵ ਤੇ ਤੁਮ ਈਸ਼, ਜੀਵ ਅਲਪੱਗ ਤੇ ਈਸ਼ ਜਿਹੜਾ ਸਰਬੱਗ ਮੰਨਿਆ, ਤੇ ਜਿਹੜਾ ਭਰਮ ਹੈ ਨਾ ਇਹਨਾਂ ਨੂੰ ਵੱਖ-ਵੱਖ ਮੰਨਦਾ ਹੈ। ਪਰ ਜਦ ਵਾਹਿਗੁਰੂ ਦੇ ਨਾਮ ਸਿਮਰਨ ਦੇ ਵਿੱਚ ਬਿਰਤੀ ਟਿਕ ਗਈ ਤਾਂ ਜੀਵ ਈਸ਼ ਦੀ ਏਕਤਾ ਹੋ ਗਈ, ਮੈਂ ਤੇ ਤੂੰ ਵਾਲਾ ਭੇਦ ਹੀ ਮਿਟ ਗਿਆ। ਸੋ ਇਹ ਭਗਤ ਰਸਨਾ ਰਾਹੀਂ ਗੁਰਬਾਣੀ ਦਾ ਫਰਮਾਨ ਆਉਂਦਾ ਹੈ ਨਾ, ਜਬ ਹਮ ਹੋਤੇ ਤਬ ਤੁਮ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਬ ਹਮ ਹੋਤੇ, ਜਦੋਂ ਅਸੀਂ ਹੁੰਦੇ ਸਾਂ ਆਪਣੇ ਆਪ ਵਿੱਚ ਕੁਝ ਕਿ ਮੈਂ ਹਾਂ, ਮੇਰੀ ਵਸਤੂ ਹੈ, ਇਹ ਹੰਗਤਾ ਹੁੰਦੀ ਸੀ ਜਦੋਂ ਮਨ ਵਿੱਚ, ਉਦੋਂ ਇਹ ਵਾਹਿਗੁਰੂ ਜੀ ਹਿਰਦੇ ਅੰਦਰ ਤੁਸੀਂ ਪ੍ਰਕਾਸ਼ਮਾਨ ਨਹੀਂ ਸੀ ਹੋਏ। ਤੇ ਹੁਣ ਅਬ ਤੂੰ ਹੀ, ਹੁਣ ਤੁਸੀਂ ਹੀ ਤੁਸੀਂ ਹੋ, ਹੁਣ ਮੇਰੇ ਵਿੱਚ ਮੈਂ ਨਹੀਂ ਰਹਿ ਗਈ। ਜਿਵੇਂ ਕਿ ਅਨਲ ਅਗਮ ਜੈਸੇ ਲਹਿਰਮੈ ਓਦਤ ਜਲ ਕੇਵਲ ਜਲ ਮਾਹੀ, ਹਵਾ ਦੇ ਪ੍ਰਭਾਵ ਦੇ ਨਾਲ ਦਰਿਆ ਵਿੱਚ ਜਾਂ ਸਮੁੰਦਰ ਵਿੱਚ ਪਾਣੀ ਦੀਆਂ ਅਨੇਕਾਂ ਲਹਿਰਾਂ ਪੈਦਾ ਹੁੰਦੀਆਂ। ਉਹ ਲਹਿਰਾਂ ਵੱਖ-ਵੱਖ ਰੂਪ ਨਜ਼ਰ ਆਉਂਦੀਆਂ ਵੀ ਪਾਣੀ ਰੂਪ ਨੇ, ਤੇ ਜਦੋਂ ਹਵਾ ਦਾ ਪ੍ਰਭਾਵ ਮਿਟ ਜਾਵੇ ਤਾਂ ਉਹ ਲਹਿਰਾਂ ਪਾਣੀ ਵਿੱਚ ਮਿਲ ਕੇ ਪਾਣੀ ਰੂਪੀ ਹੋ ਜਾਂਦੀਆਂ। ਵਾਸ਼ਨਾਵਾਂ ਰੂਪੀ ਪਾਉਣ ਕਰਕੇ ਸੋ ਬ੍ਰਹਮ ਰੂਪੀ ਸਰੋਵਰ ਦੇ ਵਿੱਚ ਇਹ ਜੀਵਾਂ ਰੂਪੀ ਲਹਿਰਾਂ ਪੈਦਾ ਹੋਈਆਂ। ਵਾਸ਼ਨਾਵਾਂ ਦੀ ਪਾਉਣ ਮਿਟ ਗਈ, ਲਹਿਰਾਂ ਉਸ ਬ੍ਰਹਮ ਦੇ ਵਿੱਚ ਹੀ ਸਮਾ ਗਈਆਂ, ਉਸੇ ਵਿੱਚ ਹੀ ਇਕਮਿਕ ਹੋ ਗਏ। ਇਉਂ ਮੈਂ ਤੇ ਤੂੰ ਵਾਲੀ ਗੱਲ ਹੀ ਮੁੱਕ ਗਈ। ਭਗਤ ਕਬੀਰ ਜੀ ਵੀ ਫਰਮਾਨ ਕਰਦੇ ਨੇ ਕਿ ਜਬ ਹਮ ਹੋਤੇ ਤਬ ਤੁਮ ਨਾਹੀ, ਅਬ ਤੁਮ ਹੋ ਹਮ ਨਾਹੀ। ਅਬ ਹਮ ਤੁਮ ਏਕ ਭਏ ਹੈ, ਏਕੈ ਦੇਖਤ ਮਨ ਪਤਿਆਹੀ। ਹੁਣ ਵਾਹਿਗੁਰੂ ਤੁਸੀਂ ਤੇ ਮੈਂ ਇੱਕ ਰੂਪ ਹੋ ਗਏ ਆ, ਮੈਂ ਤਾਂ ਰਹਿ ਨਹੀਂ ਗਈ, ਹੁਣ ਕੇਵਲ ਤੁਸੀਂ ਹੀ ਤੁਸੀਂ ਹੋ। ਉਹ ਹਮਤਾ ਮਮਤਾ ਵਾਲੀਆਂ, ਹਮਤਾ ਤੁਮਤਾ ਵਾਲੀਆਂ ਜੋ ਗੱਲਾਂ ਸਨ, ਉਹਨਾਂ ਦੀ ਤਾਂ ਗੱਲ ਹੀ ਬੀਤ ਗਈ, ਮੁੱਕ ਗਈ, ਖਤਮ ਹੋ ਗਈ। ਦ્વੈਸ਼ ਮਿਟ ਗਈ, ਅਦਵੈਤ ਭਾਵ ਹਿਰਦੇ ਵਿੱਚ ਪੈਦਾ ਹੋ ਗਿਆ। ਅਲੰਕਾਰ ਮਿਲ ਥਾਨੀ ਹੋਈ ਹੈ। ਗੁਰੂ ਜੀ ਉਦਾਹਰਣ ਦਿੰਦੇ ਨੇ, ਪ੍ਰਮਾਣ ਦਿੰਦੇ ਨੇ ਕਿ ਅਲੰਕਾਰ ਮਿਲ, ਅਲੰਕਾਰ ਕਹਿੰਦੇ ਨੇ ਗਹਿਣਿਆਂ ਨੂੰ। ਉਹ ਗਹਿਣੇ ਜਦੋਂ ਸਾਰੇ ਮਿਲ ਗਏ ਤਾਂ ਮੇਲ ਥੈਲੀ ਹੋਈ ਹੈ, ਮਿਲ ਕੇ ਉਹ ਥੈਲੀ ਰੈਣੀ ਰੂਪ ਡਲੀ ਰੂਪ ਬਣ ਜਾਂਦੇ ਨੇ। ਬਚਨ ਸਮਝੀਏ ਸਾਧ ਸੰਗਤ ਜੀ, ਸ਼ੁੱਧ ਸੋਨਾ ਉਹਦੀ ਡਲੀ, ਜਿਸ ਨੂੰ ਆਮ ਤੌਰ ਤੇ ਰੈਣੀ ਕਿਹਾ ਜਾਂਦਾ ਹੈ। ਸੋ ਸੋਨੇ ਦਾ ਜਿਹੜਾ ਕਾਰੀਗਰ ਹੈ ਸੁਨਿਆਰ, ਉਹ ਥੋੜਾ ਜਿਹਾ ਹਿੱਸਾ ਉਸ ਸੋਨੇ ਦੀ ਡਲੀ ਤੋਂ ਲੈਂਦਾ ਹੈ, ਉਹਨੂੰ ਮਨ ਚਾਹਿਆ ਆਕਾਰ ਦਿੰਦਾ ਹੈ ਤੇ ਉਸ ਗਹਿਣੇ ਦਾ ਕੋਈ ਨਾਮ ਰੱਖ ਦਿੱਤਾ ਜਾਂਦਾ ਹੈ। ਇਹ ਕੜਾ ਹੈ ਜੀ, ਇਹ ਮੁੰਦਰੀ ਹੈ ਜੀ, ਆਹ ਹਾਰ ਹੈ ਜੀ, ਆਹ ਪੈਰ ਵਾਲਾ ਗਹਿਣਾ, ਆਹ ਹੱਥਾਂ ਵਾਲਾ, ਆਹ ਸਿਰ ਵਾਲਾ, ਕਈ ਨਾਮ ਨੇ ਨਾ ਗਹਿਣਿਆਂ ਦੇ। ਇਉਂ ਵੱਖਰੇ ਵੱਖਰੇ ਨਾਮ ਲਏ ਜਾਂਦੇ ਨੇ। ਤੇ ਜਦੋਂ ਉਹਨਾਂ ਸਾਰੇ ਵੱਖਰੇ ਵੱਖਰੇ ਨਾਮਾਂ, ਕਿਉਂਕਿ ਉਹਨਾਂ ਦੇ ਆਕਾਰ ਵੀ ਵੱਖਰੇ, ਉਹਨਾਂ ਦੇ ਨਾਮ ਵੀ ਵੱਖਰੇ, ਉਹ ਵੱਖਰੇ ਵੱਖਰੇ ਨਾਮ ਅਤੇ ਰੂਪ ਵਾਲੇ ਗਹਿਣਿਆਂ ਨੂੰ ਜਦੋਂ ਸੁਨਿਆਰ ਕੁਠਾਲੀ ਵਿੱਚ ਪਾ ਕੇ ਹੇਠਾਂ ਅੱਗ ਬਾਲਦਾ ਹੈ, ਗਹਿਣੇ ਢਲ ਜਾਂਦੇ ਨੇ, ਤਾਂ ਫਿਰ ਕੀ ਹੁੰਦਾ ਹੈ? ਤਾਤੇ ਕਨਕ ਵਖਾਨੀ, ਫੇਰ ਭਾਈ ਉਹਨਾਂ ਨੂੰ ਕਨਕ ਸੋਨਾ ਹੀ ਕਿਹਾ ਜਾਂਦਾ ਹੈ। ਵੱਖਰੇ ਆਕਾਰ ਵੱਖਰੇ ਰੂਪ ਖਤਮ ਹੋ ਗਏ, ਫਿਰ ਉਹ ਸ਼ੁੱਧ ਸੋਨਾ ਹੀ ਰਹਿ ਗਿਆ ਤੇ ਸੋਨਾ ਹੀ ਕਿਹਾ ਜਾਂਦਾ ਹੈ। ਹਾਂ, ਉਹਨਾਂ ਵੱਖਰਿਆਂ ਦੇ ਗਹਿਣੇ ਰੂਪ, ਵੱਖਰੇ ਆਕਾਰ ਤੇ ਵੱਖਰੇ ਨਾਮ, ਇਹ ਤਾਂ ਸਾਡੀ ਆਮ ਲੋਕਾਂ ਦੀ ਦ੍ਰਿਸ਼ਟੀ ਵਿੱਚ ਨੇ। ਜਿਹੜਾ ਉਹ ਸੋਨੇ ਦਾ ਕੰਮ ਕਰਨ ਵਾਲਾ ਸੁਨਿਆਰ ਹੈ, ਉਹਦੀ ਦ੍ਰਿਸ਼ਟੀ ਵਿੱਚ ਤਾਂ ਕੇਵਲ ਸੋਨਾ ਹੀ ਹੈ, ਭਾਵੇਂ ਉਹ ਵੱਖਰੇ ਆਕਾਰ ਨੇ ਤੇ ਵੱਖਰੇ ਨਾਮ ਨੇ।
ਤੇ ਜਦੋਂ ਕੁਠਾਲੀ ਵਿੱਚ ਪਾ ਕੇ ਢਾਲ ਦਿੱਤੇ ਤਾਂ ਉਹ ਵਖਰੇਵਾਂ ਹੀ ਮੁੱਕ ਗਿਆ। ਫਿਰ ਸ਼ੁੱਧ ਰੈਣੀ ਰਹਿ ਗਈ, ਡਲੀ ਰਹਿ ਗਈ, ਸੋਨਾ ਹੀ ਰਹਿ ਗਿਆ। ਸ਼ੁੱਧ ਸੋਨਾ ਰੂਪ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ, ਤੇ ਗਹਿਣੇ ਰੂਪ ਆਪਾਂ ਸਾਰੇ ਜੀਵ ਹਾਂ। ਵੱਖਰੇ ਆਕਾਰ, ਸਾਡੇ ਨਾਮ ਵੱਖਰੇ, ਸਾਡੇ ਰੂਪ ਵੱਖਰੇ। ਸੋ ਆ ਮਨੁੱਖ ਹੈ, ਇਹ ਪਸ਼ੂ ਹੈ, ਇਹ ਪੰਛੀ ਹੈ, ਇਹ ਫਲਾਣਾ ਹੈ, ਇਹ ਧਿਮਕੜਾ ਹੈ। ਮਨੁੱਖਾਂ ਦੇ ਵਿੱਚ ਵੀ ਸਾਡੇ ਵੱਖਰੇ ਵੱਖਰੇ ਸਰੀਰਾਂ ਦੇ ਸਾਰੇ ਨਾਮ ਨੇ। ਤੇ ਸਾਧ ਸੰਗਤ ਜੀ, ਜਿਹੜੇ ਬ੍ਰਹਮ ਦ੍ਰਿਸ਼ਟੀ ਵਾਲੇ ਗੁਰਮੁਖ ਜਨ ਹਨ, ਉਹਨਾਂ ਦੀ ਨਿਗਾਹ ਵਿੱਚ ਨਾ ਵੱਖਰੇ ਨਾਮ ਤੇ ਨਾ ਵੱਖਰੇ ਰੂਪ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਵਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਇਹ ਦ੍ਰਿਸ਼ਟੀ ਹੈ ਉਹਨਾਂ ਦੀ। ਸੋ ਇਉਂ ਗਹਿਣੇ ਰੂਪ ਇਹ ਜੀਵ ਉਹਨਾਂ ਦੀ ਦ੍ਰਿਸ਼ਟੀ ਵਿੱਚ ਨਹੀਂ ਰਹੇ, ਬਲਕਿ ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ, ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਇਉਂ ਬ੍ਰਹਮ ਰੂਪ ਵਾਹਿਗੁਰੂ ਹੀ ਇੱਕਮਿਕ ਨਜ਼ਰੀ ਆਉਂਦਾ ਹੈ। ਸਾਰੇ ਉਸ ਪਰਮਾਤਮਾ ਦੇ ਵਿੱਚ ਹੀ ਸੁਰਤ ਇੱਕਮਿਕ ਹੋ ਜਾਂਦੀ ਹੈ। ਫਿਰ ਸਾਰਾ ਬ੍ਰਹਮ ਵਾਹਿਗੁਰੂ ਦਾ ਰੂਪ ਹੀ ਕਿਹਾ ਜਾਂਦਾ ਹੈ। ਜੋਤ ਸਹਜ ਸੁਖ ਸੋਭਾ, ਗੁਰੂ ਕੇ ਬਖਸ਼ੇ ਗੁਰ ਮੰਤਰ ਵਾਹਿਗੁਰੂ ਨਾਮ ਦਾ ਸਿਮਰਨ ਕਰਦਿਆਂ ਕਰਦਿਆਂ ਪ੍ਰਗਟਿਓ ਜੋਤ। ਜੋਤੀ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ, ਹਿਰਦੇ ਵਿੱਚ ਗੁਪਤ ਵਸਦਾ ਹੋਇਆ, ਉਹ ਪ੍ਰਗਟ ਹੋ ਆਇਆ। ਜਦੋਂ ਪ੍ਰਮਾਤਮਾ ਦੀ ਜੋਤ ਪ੍ਰਗਟ ਹੋ ਗਈ ਤਾਂ ਸਹਿਜ ਅਡੋਲ ਅਵਸਥਾ ਮਿਲ ਗਈ, ਲੋਕ ਪਰਲੋਕ ਦੇ ਸੁਖ ਪ੍ਰਾਪਤ ਹੋ ਗਏ, ਤੇ ਹਲਤ ਪਲਤ ਦੀ ਜਿਹੜੀ ਸੋਭਾ ਵਡਿਆਈ ਹੈ ਉਹ ਪ੍ਰਾਪਤ ਹੋਈ। ਅਨਹਤ ਬਾਣੀ, ਗੁਰੂ ਕੀ ਕਿਰਪਾ ਨਾਲ ਅਨਹਦ ਬਾਣੀ ਦੇ ਵਾਜੇ ਵੱਜ ਗਏ। ਅਨਹਤ ਬਾਣੀ ਕੀ ਹੈ? ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇਸੇ ਤਰ੍ਹਾਂ ਬਚਨ ਨੇ ਕਿ ਅਜੱਪਾ ਜਾਪ ਨਾ ਵਿਸਰੈ, ਆਦ ਜੁਗਾਦ ਸਮਾਏ। ਯੋਗ ਮਤ ਮੁਤਾਬਕ ਜੋਗੀਆਂ ਦੇ ਅਨਹਤ ਵਾਜੇ, ਇੱਕ ਆਹਤ ਇੱਕ ਅਨਾਹਤ। ਆਹਤ ਟਕਰਾਅ ਤੋਂ ਪੈਦਾ ਹੋਈ ਆਵਾਜ਼, ਔਰ ਇਸੇ ਪ੍ਰਕਾਰ ਅਨਾਹਤ ਬਿਨਾਂ ਟਕਰਾਅ ਤੋਂ। ਢੋਲਕੀ ਪਈ ਹੈ, ਤਬਲਾ ਪਿਆ ਹੈ, ਚੁੱਪਚਾਪ ਪਿਆ ਹੈ, ਉਹਦੇ ਉੱਪਰ ਉਂਗਲ ਮਾਰਾਂਗੇ ਤਾਂ ਆਵਾਜ਼ ਦੇਵੇਗਾ ਨਾ। ਤੰਤੀ ਸਾਜ਼ ਹੈ, ਉਹਦੀ ਤਾਰ ਨੂੰ ਟੁਣਕਾਵਾਂਗੇ ਤਾਂ ਆਵਾਜ਼ ਆਵੇਗੀ। ਇਹ ਆਹਤ ਨਾਦ ਹੈ। ਤੇ ਜੋਗੀ ਜਨ ਯੋਗ ਸਾਧਨਾ ਦੇ ਰਾਹੀਂ ਆਕਾਸ਼ ਵਿੱਚੋਂ ਇਹ ਆਵਾਜ਼ਾਂ ਸਰਵਣ ਕਰਦੇ ਨੇ ਜਾਂ ਆਪਣੇ ਸਰੀਰ ਦੇ ਅੰਦਰੋਂ ਸੁਣਦੇ ਨੇ। ਪਰ ਗੁਰਮਤਿ ਦਾ ਅਨਾਹਤ ਨਾਦ ਇਹ ਨਹੀਂ। ਗੁਰਮਤਿ ਦਾ ਅਨਾਹਤ ਨਾਦ ਕੀ ਹੈ ਕਿ ਇੱਕ ਰਸ ਗੁਰਮੁਖ ਰੋਮ ਰੋਮ ਹਰ ਧਿਆਵੈ। ਰੋਮ ਰੋਮ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਦਾ ਜਾਪ ਆਪਣੇ ਆਪ ਹੀ ਚੱਲਦੇ ਰਹਿਣਾ। ਇਹ ਗੁਰਮਤਿ ਦਾ ਅਨਾਹਤ ਨਾਦ ਜਿਹੜਾ ਹੈ, ਇਹ ਅਨਹਤ ਵਾਜੇ ਵੱਜਦੇ ਹਿਰਦੇ ਵਿੱਚ। ਉਹ ਨਾਨਕ ਨਿਹਚਲ ਘਰ ਬਾਦੇ, ਜੀ ਸ਼ਬਦ ਦੀ ਸੰਪੂਰਨਤਾ ਫਰਮਾਨ ਕਰਦੇ ਕਿ ਨਿਹਚਲ ਜੋ ਅਚਲ ਰੂਪ ਵਾਹਿਗੁਰੂ ਹੈ, ਉਸ ਪ੍ਰਮਾਤਮਾ ਦੀ ਸਰੂਪ ਦੀ ਪ੍ਰਾਪਤੀ ਰੂਪੀ ਅਚਲ ਘਰ ਬੰਨ ਲਿਆ, ਬਣਾ ਲਿਆ ਗੁਰੂ ਕੀ ਕਿਰਪਾ ਨਾਲ। ਗੁਰ ਕੀਓ ਬੰਧਾਨੀ, ਆਪਣੇ ਯਤਨ ਦੇ ਨਾਲ ਨਹੀਂ ਬੰਨਿਆ ਗਿਆ, ਗੁਰ ਕੀਓ ਬੰਧਾਨੀ। ਇਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਬੰਨਾਉਣਾ ਕੀਤਾ ਹੈ। ਵਾਹਿਗੁਰੂ ਕੇ ਸਰੂਪ ਦੀ ਪ੍ਰਾਪਤੀ, ਇਹ ਸਰੂਪ ਰੂਪੀ ਘਰ ਗੁਰੂ ਕੀ ਕਿਰਪਾ ਨਾਲ ਇਹ ਬੰਨਿਆ ਗਿਆ, ਇਹ ਬਣ ਗਿਆ, ਇਹਦੀ ਪ੍ਰਾਪਤੀ ਹੋ ਗਈ। ਤੇ ਇਉਂ ਅਚਲ ਪਦਵੀ ਦੀ ਪ੍ਰਾਪਤੀ ਹੋ ਕੇ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤੇ ਠਾਓ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਿਵਾਲ। ਅਬ ਮੋਹੇ ਖੂਬ ਵਤਨ ਗਹਿ ਪਾਈ, ਊਹਾ ਖੈਰ ਸਦਾ ਮੇਰੇ ਭਾਈ। ਆਤਮਿਕ ਆਨੰਦ ਦੀ ਪ੍ਰਾਪਤੀ ਹੋਈ ਹੈ। ਸੋ ਇਹ ਪਾਵਨ ਉਪਦੇਸ਼ ਅੱਜ ਦੇ ਪਾਵਨ ਸ੍ਰੀ ਹੁਕਮਨਾਮੇ ਵਿੱਚ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਆਓ ਕੁਝ ਸਮੇਂ ਵਾਸਤੇ ਸੂਖਮ ਰੂਪ ਵਿੱਚ, ਸੰਖੇਪ ਰੂਪ ਵਿੱਚ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਵੀ ਆਪਣੇ ਮਨਾਂ ਨੂੰ ਜੋੜੀਏ। ਮਾਰੂ ਮਹੱਲਾ ਪੰਜਵਾ, ਘਰ ਤੀਜਾ। ਮਾਰੂ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਰਾਗ ਦੇ ਤੀਸਰੇ ਘਰ ਸੁਰਤਾਰ ਵਿੱਚ ਅੱਜ ਦਾ ਇਹ ਪਾਵਨ ਜਿਹੜਾ ਲੜੀਵਾਰ ਸ਼ਬਦ ਹੈ, ਇਹ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਓੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਅਦਵੈਤ ਰੂਪ ਹੈ। ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਰੂਪ ਹੈ, ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਪ੍ਰਾਨ ਸੁਖ ਦਾਤਾ, ਜੀਵ ਸੁਖ ਦਾਤਾ। ਐ ਜੀਵ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਾਨ ਸੁਖ ਦਾਤਾ, ਜੋ ਪ੍ਰਾਣਾ ਦਾ ਦਾਤਾ ਹੈ ਤੇ ਸਾਰੇ ਸੁਖਾਂ ਨੂੰ ਦੇਣ ਵਾਲਾ ਹੈ। ਤੇ ਜੀਵ ਸੁਖ ਦਾਤਾ, ਜੀਵ ਆਤਮਾ ਨੂੰ ਵੀ ਸੁਖ ਦੇਣ ਵਾਲਾ ਜੋ ਵਾਹਿਗੁਰੂ ਹੈ। ਕਾਹੇ ਵਿਸਾਰਿਓ ਅਗਿਆਨਥ, ਆਪਣੇ ਅਗਿਆਨ ਵਿੱਚ ਪੈ ਕੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਕਿਉਂ ਭੁਲਾ ਛੱਡਿਆ, ਕਿਉਂ ਨਹੀਂ ਸਿਮਰਨ ਕਰਦਾ?
ਮਨ ਕਹਾ ਵਿਸਾਰਿਓ RAM ਨਾਮ, ਕਿਉਂ ਭੁਲਾਇਆ ਭਾਈ ਉਹ ਸੁਖਾਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਨੂੰ ਅਗਿਆਨ ਵਿੱਚ ਪੈ ਕੇ। ਹੋਸ਼ਾ ਮਦ ਚਾਖ ਹੋਏ ਤੁਮ ਬਾਵਰ, ਹੋਸ਼ਾ ਮਦ ਚਾਖ, ਜਿਹੜੇ ਹੋਸ਼ੇ ਦੇ ਮਦ ਭਾਵ ਨਸ਼ੇ ਨੇ, ਹੋਸ਼ੀਆਂ ਮਸਤੀਆਂ ਨੇ, ਉਹਨਾਂ ਨੂੰ ਚੱਖ ਕੇ ਇਹ ਦੁਨੀਆ ਦੇ ਲੋਕੋ ਤੁਸੀਂ ਬੌਲੇ ਝੱਲੇ ਹੋਏ ਫਿਰਦੇ ਹੋ। ਪ੍ਰਤੱਖ ਰੂਪ ਵਿੱਚ ਇਹ ਸ਼ਰਾਬਾਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਨਸ਼ੇ, ਜਿਵੇਂ ਅੱਜ ਕੱਲ੍ਹ ਸਿੰਥੈਟਿਕ ਨਸ਼ੇ ਚੱਲ ਰਹੇ ਨੇ ਨਾ, ਬਹੁਤ ਬੁਰੀ ਮਾਰ ਪਈ ਹੋਈ ਹੈ। ਸੋ ਮਹਾਰਾਜ ਕਹਿੰਦੇ ਇਹ ਹੋਸ਼ੇ ਦੇ ਜਿਹੜੇ ਨਸ਼ੇ ਨੇ, ਜਿਨ੍ਹਾਂ ਵਿੱਚੋਂ ਹੋਸ਼ੀ ਮਸਤੀ ਪ੍ਰਾਪਤ ਹੁੰਦੀ ਹੈ, ਇਹਨਾਂ ਨੂੰ ਚੱਖ ਚੱਖ ਕੇ, ਇਹਨਾਂ ਨੂੰ ਪੀ ਕੇ ਛਕ ਕੇ ਤੁਸੀਂ ਬੌਲੇ ਝੱਲੇ ਹੋਏ ਫਿਰਦੇ ਹੋ। ਹੋਸ਼ਾ ਮਦ, ਮੋਹ ਮਮਤਾ ਦਾ ਜਿਹੜਾ ਹੋਸ਼ਾ ਨਸ਼ਾ ਹੈ, ਔਗੁਣਾ ਵਿਕਾਰਾਂ ਦਾ ਹੋਸ਼ਾ ਨਸ਼ਾ ਹੈ, ਇਹਨੂੰ ਚੱਖ ਕੇ ਬੌਲੇ ਝੱਲੇ ਹੋਏ ਫਿਰਦੇ ਹੋ। ਜਨਮ ਅਕਾਰਥ, ਦੁੱਖਾ ਜਨਮ ਹੈ ਤਾਂ ਬੜਾ ਦੁਰਲੱਭ ਹੈ। 184 ਭ੍ਰਮ ਤੇ ਦੁਲੱਭ ਜਨਮ ਅਬ ਪਾਇਓ, ਇੰਨਾ ਬੇਸ਼ਕੀਮਤੀ, ਇੰਨਾ ਦੁਰਲੱਭ ਮਨੁੱਖਾ ਜਨਮ ਭਾਈ, ਇਉਂ ਐਵੇਂ ਵਿਅਰਥ ਹੀ ਗਵਾਉਂਦੇ ਜਾ ਰਹੇ ਹੋ। ਨਾਰੇ ਐਸੀ ਕਰਹਿ ਇਆਨਥ, ਏ ਨਾਰੇ, ਹੇ ਮਨੁੱਖ, ਐ ਬੰਦਿਆ, ਐਸੀ ਕਰਹਿ ਇਆਨਥ, ਤੂੰ ਇਹੋ ਜਿਹਾ ਇਆਣਪੁਣਾ ਕਰ ਰਿਹਾ ਹੈ, ਨਿਆਣਪੁਣਾ, ਨਿਆਣਿਆਂ ਵਾਲੀ ਮੱਤ, ਇਹੋ ਜਿਹੇ ਅਣਜਾਣਪੁਣੇ ਵਿੱਚ ਤੂੰ ਲੱਗਾ ਹੋਇਆ ਹੈ। ਅੱਜ ਸਾਰੰਗ ਧਰ ਭ੍ਰਮ ਤੂੰ ਭੂਲਾ, ਅੱਜ ਸਾਰੰਗ ਧਰ, ਸਾਰੰਗ ਨੂੰ ਧਰਨ ਵਾਲਾ। ਸਾਰੰਗ ਅੱਖਰ ਦੇ ਕੋਸ਼ ਵਿੱਚ ਤਕਰੀਬਨ 60 ਦੇ ਕਰੀਬ ਅਰਥ ਕੀਤੇ ਨੇ, ਔਰ ਸਾਧ ਸੰਗਤ ਜੀ ਪ੍ਰਕਰਣ ਮੁਤਾਬਕ ਅਰਥ ਹੁੰਦਾ ਹੈ। ਉਹਨਾਂ ਅਰਥਾਂ ਵਿੱਚੋਂ ਸਾਰੰਗ ਦਾ ਇੱਕ ਅਰਥ ਪ੍ਰਿਥਵੀ ਧਰਤੀ ਵੀ ਹੈ। ਧਰਤੀ ਨੂੰ ਧਰਨ ਵਾਲਾ, ਧਰਤੀ ਦਾ ਆਸਰਾ ਰੂਪ, ਭਾਵ ਸ੍ਰਿਸ਼ਟੀ ਦਾ ਆਸਰਾ ਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ। ਤਜ ਸਾਰੰਗ ਧਰ, ਉਸ ਪਰਮਾਤਮਾ ਨੂੰ ਛੱਡ ਕੇ, ਉਹਦਾ ਆਸਰਾ ਛੱਡ ਕੇ, ਉਹਦੇ ਨਾਮ ਜਪਣ ਨੂੰ ਛੱਡ ਕੇ ਭ੍ਰਮ ਤੂੰ ਭੁੱਲਾ, ਭਰਮਾਂ ਦੇ ਵਿੱਚ ਹੀ ਤੂੰ ਭੁੱਲਿਆ ਫਿਰਦਾ ਹੈ ਐ ਜੀਵ। ਲਪਟਿਓ ਦਾਸੀ ਸੰਗ ਸਾਨਥ, ਮੋਹ ਲਪਟਿਓ, ਮੋਹ ਦੇ ਵਿੱਚ, ਦੁਨਿਆਵੀ ਪਕੜ ਦੇ ਵਿੱਚ ਐ ਜੀਵ ਤੂੰ ਲਪਟਿਆ ਹੋਇਆ। ਦਾਸੀ ਸੰਗ ਸਾਨਥ, ਉਹ ਪ੍ਰਮਾਤਮਾ ਦੇ ਦਰ ਦੀ ਜਿਹੜੀ ਦਾਸੀ ਕਹੀ ਜਾਂਦੀ ਹੈ ਨਾ, ਆ ਦੁਨਿਆਵੀ ਜੜ ਚੇਤਨ ਮਾਇਆ, ਇਹਨੂੰ ਆਪਣੀ ਸਾਨਥ ਭਾਵ ਸੰਗੀ ਜਾਣ ਕੇ, ਸੋ ਇਹਦਾ ਹੀ ਸੰਗ ਕਰ ਰਹੇ ਆ ਆਪਣੀ ਸਾਥੀ ਜਾਣ ਕੇ। ਠਾਕੁਰ ਛੋੜ ਦਾਸੀ ਕੋ ਸਿਮਰਹਿ ਮਨਮੁਖ ਅੰਧ ਅਗਿਆਨਾ, ਠਾਕੁਰ ਮਾਲਕ ਵਾਹਿਗੁਰੂ ਨੂੰ ਛੱਡ ਕੇ ਜੋ ਉਹਦੀ ਦਾਸੀ ਮਾਇਆ, ਤੂੰ ਇਹਨੂੰ ਚੇਤੇ ਕਰਦਾ ਰਹਿਣਾ, ਇਹਦੇ ਵਿੱਚ ਹੀ ਲੱਗਾ ਰਹਿਣਾ ਸਾਰੀ ਉਮਰ। ਮਾਇਆ ਮਾਇਆ ਕੇ ਜੋ ਅਧਿਕਾਈ ਵਿੱਚ ਮਾਇਆ ਪਚੇ ਪਚੀਜੈ, ਇਹ ਉਹਨੂੰ ਆਪਣੀ ਸਾਥੀ ਜਾਣ ਕੇ ਜੋ ਅਸਲ ਵਿੱਚ ਸਾਥੀ ਹੈ ਨਹੀਂ, ਉਹਦੀ ਸੰਗਤ ਵਿੱਚ ਹੀ ਨਿਤਾ ਪ੍ਰਤੀ ਤੂੰ ਰਹਿਣਾ ਮੋਹ ਵਿੱਚ ਲਪਟਿਆ ਹੋਇਆ। ਰਹਾਉ ਵਿਸਰਾਮ ਉਪਰੰਤ ਹਜੂਰ ਫਰਮਾਉਂਦੇ ਹਨ, ਧਰਨੀ ਧਰ ਤਿਆਗ ਨੀਚ ਕੁਲ ਸੇਵਾ ਹੈ। ਧਰਨੀ ਧਰ, ਸਾਰੀ ਧਰਤੀ ਨੂੰ ਧਾਰਨ ਕਰਨ ਵਾਲਾ, ਸਹਾਰਾ ਦੇਣ ਵਾਲਾ ਵਾਹਿਗੁਰੂ ਜੋ ਹੈ, ਉਸ ਨੂੰ ਤਿਆਗ ਕੇ ਛੱਡ ਕੇ ਨੀਚ ਕੁਲ ਸੇਵ ਹੈ। ਜਿਹੜੇ ਨੀਵੀਂ ਕੁਲ ਵਾਲੇ ਨੇ ਭਾਈ, ਉਹਨਾਂ ਦੀ ਸੇਵਾ ਕਰਦਾ ਹੈ, ਉਹਨਾਂ ਦਾ ਹੀ ਸਿਮਰਨ ਕਰੀ ਜਾਂਦਾ ਹੈ। ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬੇਮੁਖ ਕਰਕੇ ਸਾਨੂੰ ਥਾਵਾਂ ਥਾਵਾਂ ਤੇ ਭਰਮਾਉਣ ਭਟਕਾਉਣ ਵਾਲੇ ਨੇ, ਭਾਵੇਂ ਆਪਣੇ ਆਪ ਨੂੰ ਉਹ ਪੀਰ ਫਕੀਰ ਅਖਵਾਉਂਦੇ ਹੋਣ, ਭਾਵੇਂ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋਣ, ਭਾਵੇਂ ਦੁਨੀਆ ਦੇ ਪੂਜਨੀਕ ਕਹਾਉਂਦੇ ਹੋਣ, ਜਿਹੜੇ ਵਾਹਿਗੁਰੂ ਦੇ ਚਰਨਾਂ ਨਾਲੋਂ ਤੋੜ ਕੇ ਆਪਣੇ ਨਾਲ ਜੋੜਨ ਵਾਲੇ ਨੇ, ਮਹਾਰਾਜ ਉਹਨਾਂ ਨੂੰ ਨੀਚ ਕੁਲ ਹੀ ਕਹਿੰਦੇ ਨੇ। ਭਾਈ ਇਉਂ ਇਹ ਜਿਹੜੇ ਨੀਵੇਂ ਜੀਵ ਹਨ, ਉਹਨਾਂ ਦੀ ਸੇਵਾ ਵਿੱਚ, ਉਹਨਾਂ ਦੇ ਸਿਮਰਨ ਵਿੱਚ ਤੂੰ ਲੱਗਾ ਹੋਇਆ ਨੀਚ ਕੁਲ। ਸੋ ਨੀਚ ਕੁਲ ਇਹ ਜਿਹੜੇ ਔਗਣ ਵਿਕਾਰ ਕਹੇ ਜਾਂਦੇ ਨੇ, ਇਹਨਾਂ ਦੇ ਨਾਲ ਹੀ ਹਰ ਵੇਲੇ ਜੁੜਿਆ ਹੋਇਆ ਪ੍ਰਮਾਤਮਾ ਨੂੰ ਛੱਡ ਕੇ ਹਉ ਕਰਤ ਬਿਹਾਵਤ, ਆਪਣੀ ਉਮਰ ਨੂੰ ਹਉ ਕਰਤ ਬਿਹਾਵਤ, ਮੈਂ ਕਰਦੇ ਤੂੰ ਬਤੀਤ ਕਰੀ ਜਾ ਰਿਹਾ, ਮੈਂ ਐਦਾਂ, ਮੈਂ ਔਦਾਂ, ਮੈਂ ਬੜਾ ਮਹਾਨ, ਹਮ ਬੜ ਕਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ, ਇਹ ਬੁੱਧ ਕਬਹਿ ਨਾ ਨਾਸੀ। ਇਉਂ ਹਉ ਕਰਦਿਆਂ, ਮੈਂ ਕਰਦਿਆਂ ਹੀ ਆਪਣੀ ਸਾਰੀ ਉਮਰ ਨੂੰ ਬਿਤਾਈ ਜਾਂਦਾ ਹੈ। ਕਟ ਕਰਮ ਕਰਹਿ ਅਗਿਆਨੀ, ਇਹੋ ਜਿਹਾ ਅਗਿਆਨੀ ਬਣਿਆ ਹੋਇਆ ਕਿ ਵਿਅਰਥ ਕੰਮ, ਜਿਨ੍ਹਾਂ ਦਾ ਪ੍ਰਲੋਕ ਵਿੱਚ ਕੋਈ ਮੁੱਲ ਨਹੀਂ ਪੈਣਾ, ਕੋਈ ਕੀਮਤ ਨਹੀਂ ਪੈਣੀ, ਉਹਨਾਂ ਫੋਕਟ ਕਰਮਾਂ ਨੂੰ ਕਰਨ ਦੇ ਵਿੱਚ ਹੀ ਲੱਗਾ ਹੋਇਆ ਹੈ। ਮਨਮੁਖ ਅੰਧ ਕਹਾਵਤ, ਉਹ ਭਾਈ ਮਨਮੁਖ ਅੰਧ ਕਹਾਵਤ,
ਮਨਮੁਖ ਬਣ ਕੇ, ਆਪਣੀ ਮਨ ਦੀ ਮਰਜ਼ੀ ਦੇ ਮਗਰ ਚੱਲਣ ਵਾਲਾ ਬਣ ਕੇ, ਸੋ ਅਧਿਆਤਮਿਕ ਰੂਪ ਵਿੱਚ ਆਪਣੇ ਆਪ ਨੂੰ ਤੂੰ ਅੰਨਾ ਕਹਾ ਰਿਹਾ ਹੈ। ਨਿਤ ਨਿਹਫਲ ਕਰਮ ਕਮਾਏ ਵਫਾਵੈ ਦੁਰਮਤੀਆ। ਮਹਾਰਾਜ ਫਰਮਾਨ ਕਰਦੇ ਨੇ, ਕਰਮ ਕਰਦਾ ਨਿਸ਼ਫਲ, ਜਿਨ੍ਹਾਂ ਦਾ ਸ਼ੁਭ ਫਲ ਕੋਈ ਪ੍ਰਾਪਤ ਹੋਣਾ ਹੀ ਨਹੀਂ ਅੱਗੇ ਗਿਆ ਹੋਇਆ, ਤੇ ਆਪਣੀ ਉਹਨਾਂ ਕਰਮਾਂ ਦਾ ਹੀ ਖੋਟੀ ਮਤ ਵਾਲਾ ਹੰਕਾਰ ਕਰੀ ਜਾਂਦਾ ਕਿ ਮੈਂ ਆਹ ਕਰ ਦਿੱਤਾ, ਮੈਂ ਉਹ ਕਰ ਦਿੱਤਾ, ਮੈਂ ਏਦਾਂ ਕਰ ਦੇਵਾਂਗਾ, ਉਦਾਂ ਕਰ ਦੇਵਾਂਗਾ। ਵਿਅਰਥ ਕੰਮਾਂ ਦਾ, ਫਜ਼ੂਲ ਕੰਮਾਂ ਦਾ ਹੀ ਹੰਕਾਰ ਚੱਕੀ ਫਿਰਦਾ ਹੈ। ਸੋ ਜਬ ਆਣਾ ਵਲਵੰਚ ਕਰ ਝੂਠ ਤਬ ਜਾਣਾ ਜਗ ਜਿੱਤੀਆ। ਵਲ ਛਲ ਕਰਕੇ, ਧੋਖਾ ਧੜੀ ਕਰਕੇ, ਬੇਈਮਾਨੀ, ਹੇਰਾ ਫਰੀ ਜਾਂ ਜ਼ੋਰ ਜ਼ਬਰਦਸਤੀ ਕਰਕੇ ਜਦੋਂ ਕੁਝ ਲੈ ਆਵੇ ਤਾਂ ਉਦੋਂ ਹੰਕਾਰ ਕਰਦਾ ਤੇ ਖੁਸ਼ ਹੋਈ ਜਾਂਦਾ ਕਿ ਮੈਂ ਜੱਗ ਜਿੱਤ ਲਿਆ, ਮੈਂ ਦੁਨੀਆ ਜਿੱਤ ਲਈ, ਮੇਰੀ ਚਲਾਕੀ ਦਾ ਕਿਸੇ ਨੂੰ ਪਤਾ ਨਹੀਂ ਲੱਗਾ, ਮੇਰੀ ਧੌਂਸ ਕੋਈ ਨਹੀਂ ਝੱਲ ਸਕਿਆ। ਇਉਂ ਆਪਣੇ ਭੈੜੇ ਕੰਮਾਂ ਦਾ ਹੀ ਹੰਕਾਰ ਹੈ ਮਨੁੱਖ ਤੋਂ ਚੁੱਕੀ ਫਿਰਦਾ ਹੈ। ਸੋ ਮਹਾਰਾਜ ਕਹਿੰਦੇ ਫੋਕਟ ਕਰਮ ਕਰਹਿ ਅਗਿਆਨੀ, ਅਗਿਆਨ ਵਿੱਚ ਪਿਆ ਵਿਅਰਥ ਕਰਮ ਕਰਦਾ ਹੈ ਤੇ ਇਉਂ ਮਨਮੁਖ ਬਿਰਤੀ ਧਾਰਨ ਕਰਕੇ ਅੰਨਾ ਖਾ ਰਿਹਾ ਹੈ। ਸਤ ਹੋਤਾ ਅਸਤ ਕਰ ਮਾਨਿਆ। ਉਹ ਵਾਹਿਗੁਰੂ ਸੱਚ ਸਰੂਪ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਦਾ ਨਾਮ ਲੋਕ ਪਰਲੋਕ ਤੇਰੇ ਕੰਮ ਆਉਣ ਵਾਲਾ ਹੈ, ਉਹਨੂੰ ਅਸਤ ਕਰਕੇ ਝੂਠ ਕਰਕੇ ਜਾਣਿਆ। ਆ ਨਾਸਤਕ ਲੋਕ ਕਹਿੰਦੇ ਨੇ ਅੱਲਾ ਜੀ ਐਵੇਂ ਇਹ ਧਰਮੀ ਲੋਕਾਂ ਨੇ ਸੋ ਭਰਮ ਫਲਾਏ ਨੇ ਜੀ, ਨਾਮ ਜਪੋ, ਐ ਕਰੋ, ਆਓ ਕਰੋ। ਭਾਈ ਇਹ ਤੋਂ ਵੱਡੀ ਮਨਮੁਖਤਾ ਕੀ ਹੋ ਸਕਦੀ ਹੈ? ਜਿਹੜਾ ਅਸਲ ਵਿੱਚ ਸੱਚ ਸਰੂਪ ਹੈ ਉਹਨੂੰ ਤਾਂ ਤੂੰ ਅਸਤ ਕਰਕੇ ਝੂਠ ਕਰਕੇ ਮੰਨਿਆ ਹੋਇਆ, ਉੱਥੋਂ ਪਾਸਾ ਵਟਿਆ ਹੋਇਆ। ਜੋ ਬਿਨਸਤ ਸੋ ਨਿਹਚਲ ਜਾਣਤ। ਉਹ ਸੰਸਾਰ ਦਾ ਸਾਰਾ ਪਸਾਰਾ ਬਿਨਸ ਜਾਣ ਵਾਲਾ, ਨਾਸ ਹੋ ਜਾਣ ਵਾਲਾ ਹੈ, ਉਹਨੂੰ ਅਚਲ ਕਰਕੇ ਪ੍ਰਤੱਖ ਕਰਕੇ ਜਾਣ ਰਿਹਾ ਹੈ ਤੂੰ। ਐਸੀ ਕਰਹਿ ਇਆਨਤ, ਇਹੋ ਜਿਹੇ ਇਆਨ ਪੁਣੇ ਵਿੱਚ ਪਿਆ ਹੈ। ਕਰ ਕੀ ਕਉ ਆਪਣੀ ਕਰ ਪਕੜੀ। ਉਹ ਵਸਤੂ ਪਰਾਈ ਹੈ, ਉਹਨੂੰ ਆਪਣੀ ਕਰਕੇ ਫੜੀ ਬੈਠਾ ਹੈ। ਦੁਨੀਆ ਦੇ ਪਰਾਏ ਧਨ ਵੱਲ, ਪਰਾਏ ਤਨ ਵੱਲ ਤੇ ਹੋਰਨਾਂ ਖਿਆਲਾਂ ਵੱਲ ਵੀ ਨਿਗਾਹ ਮਾਰਦਾ ਹੈ, ਪਰਾਈ ਸੰਪત્ਤੀ ਤੇ ਕਬਜ਼ਾ ਕਰਦਾ ਹੈ। ਤੇ ਇਹ ਦੇਹੀ ਵੀ ਜਿਹੜੀ ਪਰਾਈ ਹੈ, ਜਿਹੜੀ ਕਾਲ ਨੇ ਖਾ ਜਾਣੀ ਹੈ, ਇਸ ਦੇਹੀ ਨੂੰ, ਇਸ ਜ਼ਿੰਦਗੀ ਨੂੰ, ਪਰਾਈ ਨੂੰ ਤੂੰ ਆਪਣੀ ਸਮਝੀ ਬੈਠਾ ਹੈ। ਐਸੇ ਭੂਲ ਭੁਲਾਨਥ। ਇਹੋ ਭੁੱਲਾਂ ਵਿੱਚ ਪੈ ਕੇ ਇਹ ਜੀਵ ਤੂੰ ਬਹੁਤ ਜ਼ਿਆਦਾ ਭੁੱਲਿਆ ਹੋਇਆ ਹੈ। ਖੱਤਰੀ ਬ੍ਰਾਹਮਣ ਸੂਦ ਵੈਸ। ਵਰਨ ਜਾਤ ਦੇ ਰੂਪ ਵਿੱਚ ਭਾਵੇਂ ਕੋਈ ਖੱਤਰੀ ਹੈ, ਭਾਵੇਂ ਬ੍ਰਾਹਮਣ ਹੈ, ਭਾਵੇਂ ਸ਼ੂਦਰ ਹੈ, ਭਾਵੇਂ ਵੈਸ਼ ਹੈ, ਸਭ ਇੱਕ ਨਾਮ ਤਰਾਨਥ। ਸਾਰੇ ਤਰਨਗੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਸਦਕਾ। ਹੋਰ ਕਿਸੇ ਦਾ ਪਾਰ ਉਤਾਰਾ ਕਿਸੇ ਤਰ੍ਹਾਂ ਨਹੀਂ ਹੋਣਾ ਹੋਰ ਤਰੀਕੇ। ਸੋ ਇਉਂ ਬ੍ਰਾਹਮਣ, ਖੱਤਰੀ, ਸੂਦ, ਵੈਸ ਉਪਦੇਸ਼ ਚਹੁ ਵਰਨਾਂ ਤੋਂ ਸਾਂਝਾ। ਸਾਰਿਆਂ ਨੂੰ ਅਧਿਕਾਰ ਹੈ, ਸਾਰੇ ਨਾਮ ਜਪ ਸਕਦੇ ਨੇ ਤੇ ਪਾਰ ਉਤਾਰਾ ਵੀ ਜਿਹੜਾ ਭਾਈ ਨਾਮ ਜਪਣ ਕਰਕੇ ਹੋਣਾ ਹੈ ਇੱਕੋ ਇੱਕ ਵਾਹਿਗੁਰੂ ਕਾ। ਗੁਰੂ ਨਾਨਕ ਉਪਦੇਸ਼ ਕਹਿਤ ਹੈ। ਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਗੁਰੂ ਗਰੀਬ ਨਵਾਜ ਜੋ ਤੈਨੂੰ ਉਪਦੇਸ਼ ਦੇ ਰਹੇ ਨੇ, ਗੁਰੂ ਰੂਪ ਹੋ ਕੇ ਤੈਨੂੰ ਉਪਦੇਸ਼, ਤੈਨੂੰ ਸਿੱਖਿਆ ਦੇ ਰਹੇ ਹਾਂ। ਜੋ ਸੁਣੈ ਸੋ ਪਾਰ ਪਰਾਨਥ। ਇਸ ਸਿੱਖਿਆ ਨੂੰ ਸੁਣੇਗਾ, ਸੁਣੇ ਤੋਂ ਭਾਵ ਸਿਰਫ ਕੰਨਾਂ ਨਾਲ ਸੁਣਨ ਦਾ ਨਹੀਂ, ਬਲਕਿ ਜੋ ਸੁਣੈ, ਜੋ ਅੰਤਰੀਵ ਤੌਰ ਤੇ ਸੁਣ ਲਵੇ, ਜੋ ਧਾਰਨ ਕਰ ਲਵੇ ਗੁਰੂ ਕੇ ਉਪਦੇਸ਼ ਨੂੰ, ਸੋ ਪਾਰ ਪਰਾਨਥ। ਉਹ ਦੁੱਖਾਂ ਤੋਂ ਪਾਰ ਪੈ ਜਾਵੇਗਾ, ਉਹ ਔਗਣਾਂ ਵਿਕਾਰਾਂ ਤੋਂ ਪਾਰ ਹੋ ਜਾਵੇਗਾ, ਉਹ ਸੰਸਾਰ ਸਾਗਰ ਤੋਂ ਪਾਰ ਉਤਰ ਜਾਵੇਗਾ ਤੇ ਵਾਹਿਗੁਰੂ ਵਿੱਚ ਇਕਮਿਕ ਹੋ ਜਾਵੇਗਾ। ਜੋ ਕੋ ਜਾਪੈ ਹਰ ਮੰਤਰ ਗਪੈਨੀ। ਕੋਈ ਵੀ ਨਾਮ ਮੰਤਰ ਨੂੰ ਜਪ ਲਵੇ, ਕੋਈ ਵੀ ਗੁਰੂ ਕੀ ਸਿੱਖਿਆ ਨੂੰ ਧਾਰਨ ਕਰ ਲਵੇ, ਜਿਹੜਾ ਸੁਣੇਗਾ, ਜਿਹੜਾ ਧਾਰਨ ਕਰੇਗਾ, ਉਹ ਪਾਰ ਪੈ ਜਾਵੇਗਾ, ਉਹਦਾ ਪਾਰ ਉਤਾਰਾ ਹੋ ਜਾਵੇਗਾ। ਸਤਿਗੁਰੂ ਜੀ ਕਿਰਪਾ ਕਰਨ। ਜੋ ਸਤਿਗੁਰੂ ਜੀ ਨੇ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਬਾਹਰੀ ਕੰਨਾਂ ਨਾਲ ਸੁਣ ਕੇ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਵੀ ਸੁਣੀਏ ਤੇ ਆਪਣੇ ਜੀਵਨ ਵਿੱਚ ਧਾਰਨ ਕਰਕੇ ਗੁਰੂ ਕੀ ਸਿੱਖਿਆ ਨੂੰ ਕਮਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਇਹ ਲੋਕ ਸੁਖੀ ਪਰਲੋਕ ਸੁਹੇਲੇ ਹੋਈਏ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਔਰ ਅੱਗੇ ਲਈ ਸਮਤ ਬਖਸ਼ਣੀ। ਖੱਤਰੀ ਬ੍ਰਾਹਮਣ ਸੂਦ ਵੈਸ। ਸਭ ਏਕ ਨਾਮ ਤਰਾਨਥ। ਗੁਰੂ ਨਾਨਕ ਉਪਦੇਸ਼ ਕਹਿਤ ਹੈ। ਜੋ ਸੁਨੈ ਸੋ ਪਾਰ ਪਰਾਨਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।